सत श्री अकाल जी आया नूं अज KTV ਦੇ ਉੱਤੇ एक वारी फिर तो ਤੁਹਾਡਾ स्वागत करते हैं और एक प्रोग्राम लैके आए हैं। ਅਸੀਂ एक सीरीज़ स्टार्ट की एक शो स्टार्ट किया ਜਿਹਦੇ ਉੱਤੇ ਅਸੀਂ ਗੱਲਬਾਤ कर रहे हैं डोमैसटिक वायलेंस ਦੀ। आम तौर ਤੇ ਇਹੋ ਜਿਹੇ ਜਿਹੜੇ ਸਬਜੈਕਟ ਹੁੰਦੇ ਨੇ ਵੀ ਡੋਨਟ ਰੀਲੀ ਟਾਕ ਅਬਾਊਟ ਇਟ ਜਾਂ ਅਸੀਂ ਗੱਲਬਾਤ ਕਰਨਾ ਨਹੀਂ ਚਾਹੁੰਦੇ ਜਾਂ ਸੁਣਨਾ ਨਹੀਂ ਚਾਹੁੰਦੇ, ਪਰ ਸਾਡੇ ਅੰਦਰ ਕਿਉਰਿਓਸਿਟੀ ਜ਼ਰੂਰ ਇੱਕ ਹੁੰਦੀ ਆ ਕਿ ਅਸੀਂ ਜਾਣੀਏ। खास तौर पर अज ये देखिए जो आप फिगर्स चैक करिए तो डोमैसटिक वायलेंस नूं लैके जिहड़े फिगर्स ने वो दुनिया भर दे विच जे आप देखिए तो वह वधे ने घटे नहीं। और एक चीज़ होर आ इहदे विच मैं विकसित देशों की भी गल कर रहा जिवें कि इंग्लैंड की जे आप गल करिए ऑस्ट्रेलिया US जिहड़ियां मतलब कंट्रीज़ नूं आपां कहने कि बहुत डिवेलप्ड कंट्रीज़ ने, ये बड़ी एक शर्म की गल आ कि इन्हां देशों के भी जिहड़ी गिणती आ डोमैसटिक वायलेंस की वधी आ। और इहदे करके इहदे विच बहुत कुछ आ। इहदे विच ओबवियसली कल्ला आपां ये नहीं कह सकते कि जदों आपां पिछले शो दे विच भी गल कीती सी कि सिर्फ फिजिकल मारकुट आ, ਇਹਦੇ ਵਿੱਚ ਮੈਂਟਲ ਟੋਰਚਰ, ਇਮੋਸ਼ਨਲ, ਬੱਚੇ ਇਨਵੋਲਵ ਹੁੰਦੇ ਨੇ, ਪਰਿਵਾਰ ਨੇ, ਬਜ਼ੁਰਗ ਨੇ। ਸੋ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨੇ ਇਹਦੇ ਵਿੱਚ। ਇਹਨੂੰ ਲੈ ਕੇ ਸਾਡੇ ਕੋਲ ਸਾਡੇ ਐਕਸਪਰਟ ਪਿਛਲੀ ਵਾਰ ਵੀ ਆਏ ਸੀ, ਰਾਜ ਥਿੰਦ ਫਰੋਮ ਬਲੈਕ ਕੰਟਰੀ ਵਿਮਨਸ ਏਡ। ਰਾਜ ਥਿੰਦ ਇਸ ਇੰਡਸਟਰੀ ਦੇ ਵਿੱਚ ਕੋਈ ਲਗਭਗ 11 ਸਾਲ ਤੋਂ ਕੰਮ ਕਰ ਰਹੇ ਨੇ, ਕੋਈ ਲਗਭਗ 30 ਸਾਲ ਤੋਂ ਵਿਮਨਸ ਏਡ ਜਿਹੜਾ ਬਲੈਕ ਕੰਟਰੀ ਵਿਮਨ ਏਡ ਆ ਉਹ ਕੰਮ ਕਰ ਰਿਹਾ, ਔਰ ਇਹ ਹਰ ਤਰ੍ਹਾਂ ਦੇ ਲੋਕਾਂ ਦੀ ਹੈਲਪ ਕਰਦੇ ਨੇ। ਇੱਕ ਚੀਜ਼ ਜਿਹੜੀ मैं पिछली बार भी क्लीयर की सी, मैं हुण भी क्लीयर कर दिया, जो असीं ये कहने ब्लैक कंट्री विमेनस एड, ਇਹਦਾ मतलब ये ना कल्ला सोचियो कि सिर्फ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਹੱਕਾਂ ਦੇ ਵਾਸਤੇ ਜਾਂ ਸਿਰਫ ਉਹਨਾਂ ਦੀ ਗੱਲ ਹੁੰਦੀ ਆ। एक नाम जरूर आ, पर ਇਹਦੇ अंडर प्लीज़ रिमेंबर ईवन कई बारी ਜਿਹੜੇ एज अ मेल ਜਿਹੜੇ ਨੇ ਘਰਾਂ ਦੇ ਵਿੱਚ ਜੇ ਉਹ ਵੀ ਡੋਮੈਸਟਿਕ ਵਾਇਲੈਂਸ ਦਾ ਜਾਂ ਇਹੋ ਜਿਹੀ ਕਿਸੇ ਚੀਜ਼ ਦਾ ਸ਼ਿਕਾਰ ਹੁੰਦੇ ਨੇ ਤੇ ਉਹ ਵੀ ਇਹਨਾਂ ਦੇ ਨਾਲ ਇਨ ਟੱਚ ਹੋ ਸਕਦੇ ਨੇ। ਉਹਨਾਂ ਦੇ ਵਾਸਤੇ ਵੀ ਪ੍ਰੋਪਰ ਹੈਲਪ ਅਵੇਲੇਬਲ ਹੈਗੀ ਆ, ਸਪੋਰਟ ਅਵੇਲੇਬਲ ਹੈਗੀ ਆ। ਬੇਸ਼ੱਕ ਉਹ ਮੇਲ ਈਵਨ ਜਿਹੜੇ ਸਿੰਗਲ ਪੇਰੈਂਟ ਨੇ ਜਿਹੜੇ ਕਿ ਸ਼ਾਇਦ ਸਟਰਗਲ ਕਰ ਰਹੇ ਨੇ ਪਾਸਟ ਦੇ ਕਰਕੇ ਜਾਂ ਪ੍ਰੈਜ਼ੈਂਟ ਦੇ ਚੱਲਦੇ ਹੋਏ, ਜਾਂ ਜਿਨ੍ਹਾਂ ਨੂੰ ਆਪਣਾ ਫਿਊਚਰ ਜਿਹੜਾ ਆ ਉਹਦੇ ਵਿੱਚ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਜਾਂ ਦਿਸ ਰਹੀਆਂ ਨੇ, ਉਹ ਵੀ ਇਨ ਟੱਚ ਹੋ ਸਕਦੇ ਨੇ। ਅੱਜ ਅਸੀਂ ਦੋ ਖਾਸ ਸਬਜੈਕਟਸ ਦੇ ਉੱਤੇ ਗੱਲ ਕਰਾਂਗੇ। ਇੱਕ ਤਾਂ ਜਿਹੜਾ ਕੰਟਰੋਲਿੰਗ ਰਿਲੇਸ਼ਨਸ਼ਿਪ ਹੁੰਦੇ ਨੇ ਉਹ ਕੀ ਹੁੰਦੇ ਨੇ, ਉਹਨਾਂ ਦਾ ਅਸਰ ਕਿਵੇਂ ਹੁੰਦਾ ਆ, ਤੇ ਦੂਸਰਾ ਸੈਕੰਡਲੀ ਬੱਚਿਆਂ ਦੇ ਉੱਤੇ ਇਹਨਾਂ ਦਾ ਅਸਰ ਜਿਹੜਾ ਆ ਉਹ ਕਿਵੇਂ ਹੁੰਦਾ ਆ। ਸੋ ਫਸਟ ਆਫ ਆਲ ਲੈਟਸ ਵੈਲਕਮ ਰਾਜ ਥਿੰਦ। ਸਤਿ ਸ਼੍ਰੀ ਅਕਾਲ ਰਾਜ, and thank you very much for being on the show. So Raj, last time we spoke about the domestic violence, ਉਹਦੀਆਂ ਆਪਾਂ ਬੇਸ ਜਿਹੜਾ ਕੀ ਆ ਕਿੱਥੋਂ ਸ਼ੁਰੂ ਹੁੰਦਾ ਆ ਉਹਦੇ ਤੇ ਗੱਲਬਾਤ ਕੀਤੀ ਸੀ। Today let's start first of all controlling relationships, because last time ਆਪਾਂ controlling relation ਇਹਨਾਂ ਤੇ ਥੋੜਾ ਜਿਹਾ ਕੀਤਾ ਸੀ ਆਪਾਂ ਗੱਲ, ਪਰ ਅੱਜ ਥੋੜੀ ਡੈਪਥ ਦੇ ਵਿੱਚ ਮੈਂ ਤੁਹਾਨੂੰ ਪੁੱਛੂੰਗਾ ਕਿ ਸਭ ਤੋਂ ਪਹਿਲਾਂ ਜਿਹੜੇ controlling relationships ਨੇ ਕਿਵੇਂ ਦੇ ਹੁੰਦੇ ਨੇ, ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਕੰਟਰੋਲਿੰਗ ਰਿਲੇਸ਼ਨਸ਼ਿਪ ਆ, ਤੇ ਉਹਨਾਂ ਦੇ ਜਿਹੜੇ ਇੰਪੈਕਟਸ ਨੇ, ਅਸਰ ਨੇ, ਉਹ ਕੀ ਨੇ। ਠੀਕ ਹੈ, ਜਿਹੜੇ ਕੰਟਰੋਲਿੰਗ ਰਿਲੇਸ਼ਨਸ਼ਿਪਸ ਹੁੰਦੇ ਆ ਉਹ ਇੱਦਾਂ ਆ, ਉਹ ਚੀਜ਼ ਦੱਸਦੀ ਨਹੀਂ ਤੁਹਾਨੂੰ, ਜਿੱਦਾਂ ਫਿਜ਼ੀਕਲ ਦੇ ਨਾਲ ਵਰਬਲੀ ਦੇ ਨਾਲ ਜਿਹੜੇ ਇੱਕ ਦੂਜੇ ਨਾਲ ਲੜਦੇ ਆ ਉਹ ਸਾਰਿਆਂ ਨੂੰ ਦੱਸਦਾ ਆ। ਪਰ ਜਿਹੜੀ ਕੰਟਰੋਲਿੰਗ ਰਿਲੇਸ਼ਨਸ਼ਿਪਸ, ਮੈਂਟਲ ਅਬਿਊਜ਼ ਹੁੰਦੀ, ਇਮੋਸ਼ਨਲ ਅਬਿਊਜ਼, ਉਹ ਕਿਸੇ ਨੂੰ ਨਹੀਂ ਦੱਸਦੀ, ਨਾ ਤੁਸੀਂ ਦਿਖਾ ਸਕਦੇ ਕਿਸੇ ਨੂੰ, ਉਹ ਸਿਰਫ ਤੁਹਾਡੇ ਤੇ ਅਸਰ ਪੈਂਦਾ। ਸੋ ਇਟਸ ਲਾਈਕ ਤੁਸੀਂ ਕੁਛ ਨਹੀਂ ਕਰ ਸਕਦੇ ਆਪਣੇ ਤੌਰ ਤੇ, ਜਿੱਦਾਂ ਕਿਸੇ ਤੋਂ ਪਰਮਿਸ਼ਨ ਲੈਣੀ ਪੈਂਦੀ ਹਮੇਸ਼ਾ। ਨਾਓ ਪੀਪਲ ਮਾਈਟ ਥਿੰਕ ਦੈਟਸ ਨੋਰਮਲ ਬਿਕਾਜ਼ ਤੁਸੀਂ ਕਿਤੇ ਜਾਣਾ ਪੁੱਛ ਕੇ ਜਾਂਦੇ ਆ, ਦੈਟਸ ਡਿਫਰੈਂਟ। ਸਲਾਹ ਕਰਨ ਇਹ ਡਿਫਰੈਂਟ ਹੁੰਦੀ ਆ, permission ਲੈਣੀ ਉਹ ਗੱਲ ਡਿਫਰੈਂਟ ਵੱਖਰੀ ਬਣ ਜਾਂਦੀ ਆ। ਓਕੇ, ਦੇ ਟੂ ਡਿਫਰੈਂਟ ਥਿੰਗਸ। ਹਸਬੈਂਡ ਵਾਈਫ, ਪੈਰੈਂਟਸ, ਬ੍ਰਦਰ ਸਿਸਟਰ, ਜੇ ਤੁਸੀਂ ਕਹਿੰਦੇ ਅਸੀਂ ਇਕੱਠੇ ਨਹੀਂ ਕਿਤੇ ਜਾਣਾ ਆ, ਜੇ ਸਾਡੀ ਜੁਆਇੰਟ ਅਕਾਊਂਟ ਆ, ਜੇ ਅਸੀਂ ਇੱਦਾਂ ਚੀਜ਼ ਇਕੱਠੇ ਨਹੀਂ ਕਰਨੀ, ਉਹ ਗੱਲ ਡਿਫਰੈਂਟ ਹੈ ਕਿ ਤੁਸੀਂ ਇੱਕ ਦੂਜੇ ਨਾਲ ਗੱਲ ਕਰਕੇ ਸਲਾਹ ਕਰਦੇ ਆ। ਜੇ ਜਿਹੜਾ ਤੁਹਾਡੇ ਮੋੜੇ ਕਹਿੰਦਾ ਨਹੀਂ ਜਿੱਦਾਂ ਮੈਂ ਕਹਿੰਦਾ, ਜਿੱਦਾਂ ਮੈਂ ਕਹਿੰਦੀ ਆ ਇੱਦਾਂ ਕਰਨਾ, ਚੋਇਸ ਨਹੀਂ ਹੈਗੀ, ਉਹ ਕੰਟਰੋਲਿੰਗ ਬਣ ਜਾਂਦੀ ਆ। ਬਿਕਾਜ਼ ਦੈਨ ਯੂ ਹੈਵ ਨੋ ਸੇ, ਯੂ ਆਰ ਪ੍ਰੋਗਰਾਮਡ। ਜਿੱਦਾਂ ਤੁਹਾਡੇ ਕੋਈ ਬਟਨ ਪ੍ਰੈਸ ਕਰੀ ਜਾਂਦਾ ਤਾਂ ਤੁਸੀਂ ਕਰੀ ਜਾਂਦੇ ਆ। ਉਹ ਮੈਂਟਲੀ ਅਸਰ ਬਹੁਤ ਪੈਂਦਾ ਆਪਣੇ ਤੇ, ਬਿਕਾਜ਼ ਉਹਨਾਂ ਨੂੰ ਆਪ ਹੀ ਨਹੀਂ ਵਿਕਟਿਮਸ ਨੂੰ ਪਤਾ ਹੁੰਦਾ ਤਾਂ ਸਾਡੇ ਤੇ ਇੱਦਾਂ ਸਾਨਾ ਕੋਈ ਕੰਟਰੋਲਿੰਗ ਬਿਹੇਵੀਅਰ ਕਰਦਾ ਜਾਂ ਨਹੀਂ, ਬਿਕਾਜ਼ ਦੇ ਥਿੰਕ ਇਟਸ ਨੋਰਮਲ। ਜੇ ਤੁਹਾਨੂੰ ਕੋਈ ਕਹੀ ਜਾਵੇ ਮੋੜ ਕੇ ਤਾਂ ਤੂੰ ਆਪਣੀ ਨੂੰ ਲੁੱਕ ਆਫਟਰ ਕਰ ਸਕਦੀ ਤਾਂ ਹੀ ਮੈਂ ਪੈਸੇ ਲੁੱਕ ਆਫਟਰ ਕਰਦਾ, ਜੇ ਤੈਨੂੰ ਨਹੀਂ ਪਤਾ ਤਾਂ ਹੀ ਮੈਂ ਇੱਦਾਂ ਕਰਦਾ, ਗੈਸ ਨਾਲ ਆਇਆ ਕਰ ਜੇ ਮੈਂ ਨਾ ਹੋਵਾਂ ਤਾਂ ਹੀ ਮੈਂ ਕਹਿੰਦਾ ਤੂੰ ਘਰ ਖਾਇਆ ਨਾ ਕਰ ਜਦ ਤੱਕ ਮੈਂ ਆਉਂਦਾ ਨਹੀਂ, ਬਿਕਾਜ਼ ਮੈਨੂੰ ਡਰ ਹੈ ਤੂੰ ਆਪਣੇ ਆਪ ਨੂੰ ਹਾਰਮ ਕਰ ਸਕਦੀ ਹੈ, ਗੈਸ ਚੇਤਾ ਬੁਲਾ ਦੇਣਾ ਬੰਦ ਕਰਨ। ਉਹ ਬੰਦੇ ਨੂੰ ਇੱਦਾਂ ਦੱਸੇ ਤੁਹਾਨੂੰ ਆਪ ਹੀ ਕੁਛ ਕਰਨਾ ਨਹੀਂ ਆਉਂਦਾ, ਤੇ ਉਹ ਦੂਸਰੇ ਬੰਦੇ ਨੂੰ ਲੱਗਦਾ ਕਿ ਇਹ ਤਾਂ ਕਿੰਨਾ ਕੇਅਰਿੰਗ ਆ। ਯੈਸ ਐਗਜ਼ੈਕਟਲੀ, ਯੂ ਨੋ, ਪਰ ਟੈਕਨੀਕਲੀ ਉਹ ਕੇਅਰਿੰਗ ਨਹੀਂ, ਉਹਨੂੰ ਉਹ ਪ੍ਰੋਪਰ ਕੰਟਰੋਲ ਚ ਕੀਤਾ ਜਾ ਰਿਹਾ, ਰਾਈਟ। A lot of this happens with families relationship ਜਿੱਦਾਂ parents ਤੇ, ਜੇ ਸਿਆਣੇ parents ਹੋਣ
ਜੇ ਬੱਚੇ ਘਰ ਕੰਮ ਤੋਂ 9 ਵਜੇ ਤੋਂ 5 ਵਜੇ ਤੱਕ ਕੰਮ ਤੇ ਜਾਂਦੇ ਆ ਤਾਂ ਉਹ ਦੱਸ ਕੇ ਜਾਂਦੇ ਪੈਰੈਂਟ ਤੁਸੀਂ ਕੁਛ ਆਪਣੇ ਲਈ ਕਰਿਓ ਨਾ ਉਹ ਹੋ ਵੀ ਸਕਦਾ ਉਹ ਕੇਅਰ ਕਰਦੇ ਜੇ ਉਹ ਕੇਅਰ ਕਰਦੇ ਫਿਰ ਉਹਨੇ ਨੇ ਕਿਸ ਨੂੰ ਕਹਿਣਾ ਆ ਤੁਸੀਂ ਇਸ ਘੰਟੇ ਚ ਆ ਕੇ ਸਾਡੇ ਮੰਮੀ ਡੈਡੀ ਨੂੰ ਖਿਲਾ ਦਿਆ ਕਰੋ ਹੈਨਾ ਇਟਸ ਅ ਕੇਅਰਸ ਜੌਬ ਪਰ ਜੇ ਉਹ ਕਹਿੰਦੇ ਆ that actually ਅਸੀਂ ਬਾਹਰ ਨੂੰ ਜਾਣਾ ਜਾਂਦੇ ਸੀ ਹੋਣਾ ਘਰ ਨੂੰ ਮੁੜ ਕੇ ਖਲਾਰਾ ਪਿਆ ਹੋਣਾ ਦਾਲ ਡੁੱਲੀ ਹੋਣੀ ਆ ਜੇ phone bill ਆ ਜਾਣਾ ਸਾਡਾ ਏਦਾਂ you know there's worries that becomes different that's an abuse that's a neglect okay so the person sat at home ਜਿਹੜਾ ਸਿਆਣਾ ਬੰਦਾ ਘਰ ਬੈਠਾ ਆ ਉਹ ਡਰਦਾ ਨਹੀਂ ਕੁਛ ਕਰਦਾ ਉਹ ਡਰ controlling ਹੁੰਦੀ ਆ okay there's two different elements if somebody's doing it for your well-being ਉਹ ਤੁਹਾਨੂੰ safe ਰੱਖਣਾ ਚਾਹੁੰਦੇ ਆ that ਤੁਹਾਨੂੰ ਕੁਛ ਹੋਵੇ ਨਾ ਜਦ ਤੱਕ ਅਸੀਂ ਬਾਹਰ ਆ that's different that's because you care for your family member parent elders if it's actually you have a impact on our living because you're a burden then you ਜੇ ਤੁਸੀਂ ਬੋਝ ਬੰਦਨੇ ਕਿਸੇ ਤੇ ਉਹ ਫਿਰ ਜਿਹੜਾ ਡਰ ਆ that ਮੈਂ ਇਦਾਂ ਨਹੀਂ ਕਰ ਸਕਦਾ ਮੈਂ ਇਦਾਂ ਨਹੀਂ ਕਰ ਸਕਦਾ ਫਿਰ ਤੁਸੀਂ ਡਰਦੇ ਨਹੀਂ ਕੁਛ ਕਰਦੇ that's a different form of abuse that's controlling but then Raj you know one thing actually like you mentioned ਬਹੁਤ ਵਧੀਆ ਪੁਆਇੰਟ ਇੱਕ ਤੁਸੀਂ ਮੈਂਸ਼ਨ ਕੀਤਾ ਹੈ ਕਿ ਜਿਸ ਇਨਸਾਨ ਨੂੰ ਦੂਸਰਾ ਇਨਸਾਨ ਕੰਟਰੋਲ ਕਰ ਰਿਹਾ ਹੁੰਦਾ ਆ ਉਹਨੂੰ ਉਹ ਟੋਟਲੀ ਆਪਣੇ ਅਕੋਰਡਿੰਗਲੀ ਢਾਲ ਲੈਂਦਾ ਹਾਂਜੀ ਰਾਈਟ ਐਜ਼ ਯੂ ਮੈਂਸ਼ਨਡ ਇੱਕ ਤੁਸੀਂ ਪੁਆਇੰਟ ਬੜਾ ਵਧੀਆ ਮੈਂਸ਼ਨ ਕੀਤਾ ਆ ਜਿਹੜਾ ਕਿ ਬਹੁਤ ਥਾਵਾਂ ਤੇ ਉਹ ਇੱਕ ਮੇਰੇ ਖਿਆਲ ਕਾਮਨ ਪੁਆਇੰਟ ਆ ਇੱਕ ਕੰਟਰੋਲਿੰਗ ਦਾ ਕਿ ਜਿਹੜੀ ਤੇਰੀ ਜਿਹੜੀ ਪੇ ਆ ਉਹ ਮੇਰੇ ਅਕਾਊਂਟ 'ਚ ਆਏ ਉਹ ਤਾਂ ਕਰਕੇ ਆਵੇ ਵੀ ਮੈਂ ਉਹਨੂੰ ਵਧੀਆ ਸੰਭਾਲ ਸਕਦਾ ਤੈਨੂੰ ਪਤਾ ਨਹੀਂ ਲੱਗਣਾ ਤਾਂ ਕਰਕੇ ਹਾਂਜੀ ਵਿਕਟਿਮ ਨੂੰ ਪਤਾ ਨਹੀਂ ਹੁੰਦਾ ਵਿਕਟਿਮ ਇਦਾਂ ਸੋਚਦਾ ਪਰ ਦੈਨ ਉਹ ਵਿਕਟਿਮ ਆਲਰੇਡੀ ਕਨਵਿੰਸ ਹੋ ਚੁੱਕਾ ਆ ਜਾਂ ਹੋ ਚੁੱਕੀ ਆ ਕਿ ਦਿਸ ਇਜ਼ ਦ ਵੇ ਇਟ ਇਜ਼ ਉਸ ਵਿਕਟਿਮ ਨੂੰ ਕਿੱਦਾਂ ਪਤਾ ਲੱਗੇ ਕਿ ਮੈਂ ਵਿਕਟਿਮ ਆ ਤੇ ਉਸ ਵਿਕਟਿਮ ਨੂੰ ਕਿੱਦਾਂ ਅਸੀਂ ਕਨਵਿੰਸ ਕਰ ਸਕਦੇ ਹਾਂ ਕਿ ਡੈਫੀਨਿਟਲੀ ਵਾਟਸ ਹੈਪਨਿੰਗ ਇਜ਼ ਨਾਟ ਰਾਈਟ when a victim realizes is when slowly they feel harmed right so ਪਹਿਲਾਂ ਉਹ ਕਹਿੰਦੇ ਹੋ ਗਏ ਕਿ ਫਰੈਂਡਾਂ ਨੂੰ ਵੀ ਕਹਿੰਦੇ ਹੁੰਦੇ ਕਈ that ਨਹੀਂ ਇਹ ਮੇਰੀ ਲੁੱਕ ਆਫਟਰ ਬਹੁਤ ਕਰਦੇ ਇਹ ਤਾਂ ਬਹੁਤ ਚੰਗੇ ਆ ਹੌਲੀ they start realizing hang on ਹੁਣ ਇਹ ਮੇਰੀ ਜਿਹੜੀ ਪੈਨਸ਼ਨ ਆ ਜੇ ਮੇਰੇ ਵੇਜਸ ਆ ਉਹ ਇਹਦੇ ਹੱਥ ਜਾਂਦੀ ਆ ਜਦੋਂ ਮੈਂ ਪੈਸੇ ਮੰਗਦਾ ਆ ਜੇ ਮੈਨੂੰ ਲੋੜ ਆ ਹੁਣ ਉਹ ਦਿੰਦੇ ਨਹੀਂ ਹੈਗੇ ਹੁਣ ਮੈਨੂੰ ਮੇਰੇ ਕੱਪੜੇ ਪਾਟੇ ਜੇ ਮੈਨੂੰ ਮੈਡੀਸਨ ਦੀ ਲੋੜ ਆ ਉਹ ਦਿੰਦੇ ਨਹੀਂ ਹੈਗੇ ਵਿਕਟਿਮ ਨੂੰ ਫੇਰ ਪਤਾ ਲੱਗ ਜਾਂਦਾ ਹੈ ਹੌਲੀ ਆਪ ਹੀ ਪਤਾ ਲੱਗ ਜਾਂਦਾ that ਇਹ ਹਮੇ ਤੇ ਗਲਤ ਅਸਰ ਪੈਂਦਾ ਆ ਰਾਈਟ ਪਰ ਮੈਂ ਦੱਸਾਂ ਕਿਹਨੂੰ ਬਿਕਾਜ਼ ਬਾਹਰ ਵਾਲਿਆਂ ਨੂੰ ਲੱਗਦਾ that ਇਹ ਤਾਂ ਤੁਹਾਡੀ ਕਦਰ ਬਹੁਤ ਕਰਦੇ ਆ ਮੈਂ ਕਿਹਨੂੰ ਸਮਝਾਵਾਂ ਫਿਰ ਉਹ ਅੰਦਰੋਂ ਅੰਦਰੀ they almost isolate ਜਿੱਦਾਂ they no longer who they were and they think I've got to just stay quiet because ਜਿੰਨਾ ਮੈਨੂੰ ਮਿਲਦਾ ਉਹਨੇ ਦੇ ਨਾਲ ਮੈਨੂੰ ਖੁਸ਼ ਰਹਿਣਾ ਚਾਹੀਦਾ ਰਾਈਟ ਆਪਣੀ ਫੈਮਿਲੀ ਵੀ ਕਹਿ ਦਿੰਦੀ ਆ ਕਈ ਵਾਰੀ ਨਿਆਣੇ ਤੁਹਾਨੂੰ ਰੱਖਦੇ ਆ ਤੁਸੀਂ ਇਦਾਂ ਕਾਹਤੇ ਸੋਚਦੇ ਆ but actually you have a right to live ਰਹਿਣ ਦੀ ਨਹੀਂ ਸਿਰਫ ਗੱਲ ਹੁੰਦੀ okay you've got to be able to make a decision for yourself and that's where people slowly a lot of victims do know after a while when they start hearing ਨਹੀਂ ਇਦਾਂ ਨਹੀਂ ਕਰਨਾ ਉਹਨਾਂ ਨੂੰ ਆਪੇ ਪਤਾ ਲੱਗ ਜਾਂਦਾ ਇੱਥੇ ਕੁਝ ਸਹੀ ਨਹੀਂ ਹੋਣ ਹੈਗਾ ਹੁਣ ਮੈਂ ਆਪਣੀ ਡਿਸੀਜਨ ਆਪ ਹੀ ਲੈ ਵੀ ਨਹੀਂ ਸਕਦਾ ਮੈਂ ਬੱਸ ਤੇ ਕਿਤੇ ਜਾ ਵੀ ਨਹੀਂ ਸਕਦਾ ਜਾ ਨਹੀਂ ਸਕਦੀ ਹੁਣ ਸਾਰਾ ਕੁਝ ਚੇਂਜ ਹੋ ਗਿਆ but now ਹੁਣ ਮੈਂ ਡਿਪੈਂਡੈਂਟ ਹਾਂ ਤੇ ਮੈਂ ਨਾ ਹੋ ਕਿਤੇ ਜਾ ਸਕਦੀ ਹਾਂ ਨਾ ਮੈਂ ਕਿਤੇ ਨਾ ਮੇਰੇ ਆਪਣੇ ਪੈਸੇ ਆ so then it's either they then speak to somebody or they think I'm just gonna leave it what's the point and that can be any age group ਭਾਵੇਂ ਸਿਆਣੇ ਹੋਣ ਭਾਵੇਂ young couple ਹੋਣ ਮਾਪੇ ਹੋਣ it can be anybody this is how they realize ਹੌਲੀ because ਉਹ ਜਿਹੜੀ restriction ਪੈ ਜਾਂਦੀ ਆ ਤੁਸੀਂ ਕੁਛ ਨਹੀਂ ਆਪੀ ਕਰ ਸਕਦੇ ਉਦੋਂ ਫਿਰ ਹੌਲੀ ਬੰਦੇ ਨੂੰ ਪਤਾ ਲੱਗ ਜਾਂਦਾ ਦਾ ਇਹਨੇ ਮੈਨੂੰ ਥੋੜਾ ਦਬਾ ਕੇ ਰੱਖਿਆ ਆ and that's when those victims they kind of obviously seek help and get in touch with you ਜਾਂ ਜਿਹੜੀਆਂ ਤੁਹਾਡੇ ਵਰਗੀਆਂ ਆਰਗੇਨਾਈਜੇਸ਼ਨਸ ਹੋਣ ਨੇ ਉਹਨਾਂ ਦੇ ਕੋਲ ਆਉਂਦੀਆਂ ਰਾਈਟ ਜਿਹੜੇ ਸਿਆਣੇ ਆ ਉਹ ਜਾਂਦੇ ਕਈ ਵਾਰੀ ਸੈਂਟਰ ਨੂੰ ਜਾਂਦੇ ਆ ਸੈਂਟਰ ਹੁਣ ਹੈਗੇ ਬਥੇਰੇ ਜਿੱਥੇ ਉਹ ਜਾ ਸਕਦੇ ਆ ਉੱਥੇ ਜਾ ਕੇ ਤੁਸੀਂ ਦੱਸ ਸਕਦੇ ਬਿਕਾਜ਼ ਉਹਨੇ ਜਿਹੜੇ ਸੈਂਟਰ ਵਾਲੇ ਐਨੀ ਸਰਵਿਸ ਜਿੱਥੇ ਤੁਸੀਂ ਉਹ ਸਪੋਰਟ ਸਰਵਿਸ ਹੁੰਦੀ ਆ we have a duty of care so ਜੇ ਸਾਨੂੰ ਕੋਈ ਗੱਲ ਦੱਸੇ ਸਾਨੂੰ ਐਕਟ ਕਰਨਾ ਪੈਂਦਾ ਸਾਡੀ ਡਿਊਟੀ ਆ ਅਸੀਂ ਇਦਾਂ ਨਹੀਂ ਕਹਿ ਸਕਦੇ that ਇਹ ਜੇ ਕੁਛ ਜ਼ਿਆਦਾ ਨਹੀਂ ਹੋਇਆ ਜੇ ਸਾਨੂੰ ਕਿਸੇ ਨੇ ਕਿਹਾ ਆ that ਮੈਨੂੰ ਰਾਤੀ ਦੀ 2-3 ਦਿਨ ਹੋ ਗਏ ਮੈਂ ਆਪਣੇ ਰੂਮ 'ਚ ਬੈਠਾ ਤਾਂ ਮੈਨੂੰ ਰੋਟੀ ਨਹੀਂ ਕਿਸੇ ਨੇ ਦਿੱਤੀ then as a support worker ਸਾਡੀ duty ਹੁੰਦੀ ਆ that we have to inform somebody we have to and very rarely it's not the police
because it depends on the form of abuse. ਜੇ ਕੋਈ ਕਹੇਗਾ ਮੇਰੇ ਮਾਰ ਦੇ ਇਦਾਂ ਦਾ ਪੁਲਿਸ ਨੂੰ ਦੱਸਣਾ ਪੈਂਦਾ। ਜੇ ਉਹ ਕਹਿੰਦੇ ਮੈਨੂੰ ਖਿਲਾਉਂਦੇ ਨਹੀਂ ਮੇਰੇ ਪੈਸੇ ਲੈ ਲੈ, then we would contact adult social care. Oh, so there are different type of so you have children's social care right. Okay. and adult social care. So adult social care support people ਜਿਹਨੇ ਦੇ disabilities ਹੁੰਦੇ ਆ, ਜਿਹਨੇ ਕੋ mental health issues ਆ, ਜਿਹਨੇ ਕੋ ਆਪਣੇ ਆਪ ਦੇ ਕੁਛ ਹੁੰਦਾ ਨਹੀਂ, so they may need carers to come in to look after them. They may have somebody to look after their finances, but it's all agreed. There's a difference. It's not you're doing it because we're telling you to do it. And children's social care there to support and safeguard children. So it's all about safeguarding and making sure the person is okay. And what I would say to people in the community, somebody might look okay on the outside, but if you think to yourself, how would you treat your parent or your partner, and it's different to how they are, then you need to question what's going on in that household. ਇਦਾਂ ਨਹੀਂ ਹੈਗਾ that ਸਾਡੇ ਘਰ ਦੇ ਨਹੀਂ ਐਸੇ ਘਰ ਚ ਨਹੀਂ ਰਹਿੰਦੇ ਐਸੀ ਕੁਛ ਕਰਨਾ ਨਹੀਂ ਤੁਹਾਨੂੰ ਸਾਰਿਆਂ ਨੂੰ ਡਿਊਟੀ ਹੈਗੀ ਆ। if we're walking down the street ਤਾਂ ਕਿਸੇ ਦੇ ਸਿਆਣੇ ਬੰਦੇ ਨੂੰ ਕੋਈ ਕੱਟਦਾ ਆ, ਅਸੀਂ ਰੋਡ ਕ੍ਰਾਸ ਕਰਕੇ ਤੁਰੀ ਤਾਂ ਨਹੀਂ ਜਾਣਾ, ਅਸੀਂ ਜੇ ਸਟਾਪ ਕਰਕੇ ਉਹਨਾਂ ਨੂੰ ਪਹਿਲਾਂ ਰੋਕਣਾ, ਜੇ ਅਸੀਂ ਸੋਚਣਾ ਜ਼ਿਆਦਾ ਜਾਣੇ ਅਸੀਂ ਪੁਲਿਸ ਨੂੰ ਫੋਨ ਕਰਨਾ। I think it's the same thing as well ਜਦੋਂ ਅਸੀਂ ਗੱਲ ਕਰਦੇ ਹਾਂ ਹੱਕਾਂ ਦੀ। ਹਾਂਜੀ, ਜਦੋਂ ਅਸੀਂ ਗੱਲ ਕਰਦੇ ਹਾਂ ਆਪਣੇ ਜਿਹੜੇ ਫੰਡਾਮੈਂਟਲ ਰਾਈਟਸ ਦੀ, ਟੈਕਨੀਕਲੀ ਅਸੀਂ ਗੱਲ ਕਰਦੇ ਹਾਂ ਲੋਕਾਂ ਦੀ, ਕੰਟਰੀਜ਼ ਦੀ, ਸਰਕਾਰਾਂ ਦੀ, ਦੇਸ਼ਾਂ ਦੀ, ਪਰ ਅਸੀਂ ਇਹ ਭੁੱਲ ਜਾਂਦੇ ਪਹਿਲਾਂ ਆਪਣੇ ਘਰਾਂ ਤੋਂ ਸ਼ੁਰੂ ਅਸੀਂ ਕਰ ਲਈਏ। Definitely, that's exactly what it is. Simple as that. I think that's a very actually good point. So ਇਹਦੇ ਵਿੱਚ ਇੱਕ ਬੜੀ ਸਿੰਪਲ ਜੀ ਚੀਜ਼ ਆ ਕਿ ਇਹ ਵੀ ਇੱਕ ਫਾਰਮ ਆਫ ਡੋਮੈਸਟਿਕ ਅਬਿਊਜ਼, ਡੋਮੈਸਟਿਕ ਵਾਇਲੈਂਸ ਦਾ ਆ ਕਿ ਜਿਹਦੇ ਵਿੱਚ ਆਮ ਤੌਰ ਤੇ ਕੀ ਗੱਲ ਹੁੰਦੀ ਆ। ਮੈਂ ਵੈਸੇ ਗਲਤ ਨਹੀਂ ਹੋਊਂਗਾ ਰਾਜ ਜੇ ਮੈਂ ਇੱਕ ਚੀਜ਼ ਇੱਥੇ ਮੈਂ ਇੱਕ ਲਾਸਟ ਤੇ ਮੈਂਸ਼ਨ ਕਰੂੰਗਾ ਕਿ ਇੱਕ ਜਿਹੜੀ ਫਿਜ਼ੀਕਲ ਮੰਨ ਲਓ ਇੱਕ ਜਿਹੜੀ ਲੜਾਈ ਹੁੰਦੀ ਆ ਘਰ ਦੇ ਵਿੱਚ, ਉਹਨੂੰ ਵੀ ਤੁਸੀਂ ਸ਼ਾਇਦ ਠੀਕ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਬੰਦਾ ਚੇਂਜ ਹੋ ਸਕਦਾ ਆ। ਸ਼ਾਊਟਿੰਗ, ਇੱਕ ਦੂਜੇ ਦੇ ਜਿਹੜੇ ਆਰਗੂਮੈਂਟਸ ਆ ਉਹ ਵੀ ਕਿਤੇ ਨਾ ਕਿਤੇ ਹੋ ਸਕਦੇ ਆ, ਪਰ ਜਿਹੜਾ ਮੈਂਟਲ, ਜਿਹੜਾ ਇਦਾਂ ਇਮੋਸ਼ਨਲ, ਜਿਹੜਾ ਕੰਟਰੋਲ ਕਰਨਾ, ਜਿਹੜਾ ਕੰਟਰੋਲਿੰਗ ਰਿਲੇਸ਼ਨਸ਼ਿਪ, this is very dangerous. It's dangerous and it's difficult because ਜਿਹੜਾ ਕੰਟਰੋਲ ਕਰਦਾ ਆ, ਜੇ ਤੁਸੀਂ ਉਹਨੂੰ ਕਹੋ ਤੁਸੀਂ ਕੰਟਰੋਲਿੰਗ ਆ, because they're so controlling, ਪਹਿਲਾਂ ਉਹਨੇ ਮੰਨਣਾ ਨਹੀਂ ਹੈਗਾ। Yes. Okay, that it's almost like saying to somebody, ਮੈਨੂੰ ਗੱਡੀ ਦੀ ਚਾਬੀ ਦੇ ਦਿਓ, but I'll go where I want to go. ਕਿਸੇ ਨੇ ਆਪਣੀ ਚਾਬੀ ਤਾਂ ਨਹੀਂ ਦੇਣੀ ਤੁਹਾਨੂੰ। Yes. That's the difference. So until you acknowledge that you are abusing or you are controlling, like you say, if it's physical, ਤੁਸੀਂ ਬਿਠਾ ਕੇ ਕਹਿ ਸਕਦੇ ਇੱਦਾਂ ਮੁੜ ਕੇ ਨਹੀਂ ਕਰਨਾ। If that person says, ਹਾਂਜੀ ਮੇਰੀ ਗਲਤੀ ਸੀ, ਮੇਰਾ ਹੱਥ ਚੱਕੋਗੇ, ਮੈਨੂੰ ਨਹੀਂ ਕਰਨਾ ਚਾਹੀਦਾ ਸੀ, okay, taking responsibility is the first thing. So the fact they've taken responsibility, you might be able to work with that person. Right. But people that are controlling, ਉਹ ਮੰਨਦੇ ਹੀ ਨਹੀਂ ਆਪਣੀ ਗਲਤੀ। ਜੇ ਤੁਸੀਂ ਆਪਣੀ ਗਲਤੀ ਨਹੀਂ ਮੰਨਦੇ, ਫਿਰ ਤੁਸੀਂ ਚੇਂਜ ਕਿੱਦਾਂ ਹੋ ਸਕਦੇ ਆ? You can't, can you? That's the first thing. You have to accept first. So everybody does things, makes mistakes, but a mistake isn't a mistake if you keep doing it again and again. ਇੱਕ ਵਾਰੀ ਗਲਤੀ ਹੋ ਗਈ, ਉਹ ਇੱਕ ਵਾਰੀ ਰਹਿਣੀ ਚਾਹੀਦੀ ਆ। ਜੇ 2 ਮਹੀਨੇ ਬਾਅਦ ਮੁੜ ਕੇ ਹੋ ਗਈ ਤਾਂ ਤੀਜੇ ਫਿਰ ਤੁਸੀਂ ਜਿੱਥੇ ਤੁਸੀਂ ਪਹਿਲਾਂ ਕਿਹਾ ਸੀ ਮੈਨੂੰ ਮੈਂ ਮੰਨਦਾ, ਮੇਰੀ ਗਲਤੀ ਹੋ ਗਈ, ਮੈਂ ਮੰਨਦੀ ਆ, that was a lie, because you're not really, or you just said what you needed to say then to get rid of that situation. You have to accept. That's anyone. That can be any form of criminal in life. When somebody gets arrested, what do they have to do first? They have to admit. So if you go into court and you admit your crime, you're going to get punishment, but they're going to, that goes in your favor. Yeah. Because they'll say, galti kitti si, manli. Manli, yeah. If you go to court and there's evidence against you, but ਤੁਸੀਂ ਕਹੇ ਜਾਂ ਨਹੀਂ ਮੈਂ ਤਾਂ ਨਹੀਂ ਸ਼ਾਪ ਸੀ, ਮੈਂ ਨਹੀਂ ਚੋਰੀ ਕੀਤੀ, ਮੈਂ ਪਰ ਕੈਮਰੇ ਤੇ ਤੁਸੀਂ exactly, you're denying it. Because you're denying it, you're not accepting it. So the first thing is accept it, because if you accept it, you can still get help. That's right. You can get help, but if you don't accept it, then you're going to be stuck in that position. It doesn't matter how many relationships you have, you're going to be in the same situation. That's actually a very good point. I think ਉਹੀ ਗੱਲ ਆ ਵੀ ਪਹਿਲਾਂ ਗਲਤੀ ਕੀਤੀ ਆ, ਉਹ ਇੱਕ ਵੱਖਰੀ ਗੱਲ ਆ, ਜਾਣ ਬੁੱਝ ਕੇ ਕੀਤੀ ਹੈ ਜਾਂ ਹੋ ਗਈ ਆ, ਪਰ ਗਲਤੀ ਤਾਂ ਹੈ ਨਾ, ਉਹਨੂੰ ਪਹਿਲਾਂ ਐਕਸੈਪਟ ਕਰਕੇ ਫਿਰ ਹੀ ਉਹਨੂੰ ਸੁਧਾਰ ਸਕਦੇ ਹਾਂ। ਜਦੋਂ ਮੰਨਦੇ ਹੀ ਨਹੀਂ ਅਸੀਂ ਵੀ ਗਲਤੀ ਕੀਤੀ ਹੈ ਤਾਂ ਫਿਰ ਉਹਦੇ 'ਚ ਸੁਧਾਰ ਆਊਗਾ ਕਿੱਥੇ? ਬਿਕਾਜ਼ ਦੈਨ ਵੀ ਲਿਵਿੰਗ ਇਨ ਡਿਨਾਇਲ। ਉਹ ਸਾਨੂੰ ਲੱਗਦਾ ਵੀ ਨਹੀਂ ਮੈਂ ਤਾਂ ਗਲਤ ਕੁਛ ਕੀਤਾ ਹੀ ਨਹੀਂ। ਸੋ ਇਹਦੇ ਵਿੱਚ ਇੱਕ ਚੀਜ਼ ਹੋਰ ਆ ਜੀ, ਖੈਰ ਕਿਸੇ ਵੀ ਤਰ੍ਹਾਂ ਦਾ ਜਿਹੜੀ ਡੋਮੈਸਟਿਕ ਵਾਇਲੈਂਸ ਆਫ ਬੈਡ ਆ, ਐਨੀਵੇਜ਼ ਆਪਾਂ ਤਾਂ ਇਹ ਸਾਫ਼ ਕਵਾਂਗੇ, ਕਿਸੇ ਵੀ ਤਰ੍ਹਾਂ ਦੀ ਆ, ਬੇਸ਼ੱਕ ਉਹ ਫਿਜ਼ੀਕਲ ਆ, ਬੇਸ਼ੱਕ ਉਹ ਮੈਂਟਲ ਆ, ਬੇਸ਼ੱਕ ਕੰਟਰੋਲਿੰਗ ਆ, ਬੇਸ਼ੱਕ ਉਹ ਗਾਲੀ ਗਲੋਚ ਕੁਛ ਵੀ ਆ, ਕਿਸੇ ਵੀ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਘਰਾਂ ਦੇ ਵਿੱਚ ਜਿਹੜਾ ਆ ਸ਼ਾਂਤੀ ਹੋਣੀ ਚਾਹੀਦੀ ਆ, ਇਹ ਇੱਕ ਬਹੁਤ ਜ਼ਰੂਰੀ ਚੀਜ਼ ਆ। ਪਰ ਇਹਦੇ 'ਚ ਇੱਕ ਚੀਜ਼ ਮੈਂ ਜ਼ਰੂਰ ਇਹ ਕਲੀਅਰ ਇੱਕ ਇੱਥੇ ਕਰਦੇ ਹਾਂ ਕਿ ਜਿਹੜੀ ਮੈਂ ਗੱਲ ਲੱਗਾ ਸੀ ਕਹਿਣ ਕਿ ਅਸੀਂ ਜਦੋਂ ਗੱਲ ਕਰਦੇ ਹਾਂ ਹਿਊਮਨ ਰਾਈਟਸ ਦੀ,
ਅਸੀਂ ਗੱਲ ਕਰਦੇ ਹਾਂ, ਅਸੀਂ ਭੰਡਦੇ ਹਾਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ, ਅਸੀਂ ਭੰਡਦੇ ਹਾਂ ਵੱਖ-ਵੱਖ ਸੰਸਥਾਵਾਂ ਨੂੰ, ਅਸੀਂ ਫਿਰ ਗੱਲ ਕਰਦੇ ਹਾਂ ਕਿ ਸਾਨੂੰ ਸਾਡਾ ਜਸਟਿਸ, ਪਰ ਜਸਟਿਸ ਘਰ ਚੋਂ ਸਟਾਰਟ ਹੁੰਦਾ ਹੈ। ਕਦੇ ਇਹ ਸੋਚਿਆ ਅਸੀਂ ਆਪਣੇ ਘਰ ਜਿਹੜਾ ਸਾਡਾ ਆਲਾ ਦੁਆਲਾ ਕਿ ਉਹਨੂੰ ਅਸੀਂ ਜਸਟਿਸ ਸਾਰਾ ਮਿਲ ਗਿਆ? ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਦੇ ਵਿੱਚ ਝਾਤੀ ਮਾਰ ਕੇ ਦੇਖਣੀ ਪੈਣੀ ਆ। ਪੁਆਇੰਟ ਥੋੜਾ ਜਿਹਾ ਹੈਗਾ ਜ਼ਰੂਰ ਕੌੜਾ ਆ, ਸੱਚਾਈ ਮੈਂ ਵੈਸੇ ਕਹਿੰਦਾ ਹੁੰਦਾ ਵੀ ਜਿਹੜੀ ਨਿੰਮ ਆ, ਨਿੰਮ ਬਹੁਤ ਕੌੜੀ ਹੁੰਦੀ ਹੈ ਪਰ ਨਿੰਮ ਦੇ ਫਾਇਦੇ ਬੜੇ ਹੁੰਦੇ ਆ। ਸੋ ਨਿੰਮ ਦੇ ਪੱਤੇ, ਨਿੰਮ ਦੀ ਦਾਤਣ, ਨਿੰਮ ਦੀਆਂ ਨਿਮੋਲੀਆਂ, ਇਹ ਚੀਜ਼ਾਂ ਦਾ ਵੈਸੇ ਸੇਵਨ ਕਰਨਾ ਚਾਹੀਦਾ। ਕੌੜੀ ਬਹੁਤ ਆ ਪਰ ਉਹਦਾ ਫਾਇਦਾ ਬਹੁਤ ਆ ਸਿਹਤ ਵਾਸਤੇ। ਉੱਦਾਂ ਹੀ ਇਹ ਚੀਜ਼ਾਂ ਨੇ, ਇਹ ਸੱਚਾਈਆਂ ਕੌੜੀਆਂ ਬਹੁਤ ਨੇ, ਬਟ ਦੈਨ ਇਫ ਵੀ ਫੇਸ ਦੈਮ, ਅਸੀਂ ਉਹ ਰਿਐਲਿਟੀ ਜੇ ਅਸੀਂ ਫੇਸ ਕਰਨੀ ਸਿੱਖ ਗਏ ਤੇ ਫਿਰ ਉਹਦੀ ਜਿਹੜੀ ਕੁੜੱਤਨ ਆ, ਉਹ ਕੁੜੱਤਨ ਹੌਲੀ ਹੌਲੀ ਆਪੇ ਨਿਕਲ ਕੇ ਮਿਠਾਸ ਵਿੱਚ ਬਣੂਗੀ। ਵੈਰੀ ਇੰਪੋਰਟੈਂਟ। ਸੋ ਇਹ ਜਿਹੜੀ ਚੀਜ਼ ਆ, ਇਹਦੇ ਤੇ ਮੈਂ ਜ਼ਰੂਰ ਇਹ ਕਹੂੰਗਾ, ਜੇਕਰ ਕੋਈ ਐਸਾ ਵਿਕਟਿਮ ਬਾਹਰ ਹੈਗਾ ਜਾਂ ਤੁਹਾਨੂੰ ਜਾਣਦਾ ਆ, ਜਿਹੜਾ ਲੱਗਦਾ ਆ ਕਿ ਕੰਟਰੋਲਿੰਗ ਰਿਲੇਸ਼ਨਸ਼ਿਪ ਦੇ ਵਿੱਚ ਆ, ਜ਼ਰੂਰ ਉਹਨੂੰ ਮਦਦ ਦੀ ਲੋੜ ਆ। ਔਰ ਇੱਥੇ ਹੀ ਬਲੈਕ ਕੰਟਰੀ ਵਿਮਨਸ ਏਡ ਜਿਹੜੇ ਆ ਉਹ ਮਦਦ ਕਰਨ ਨੂੰ ਤਿਆਰ ਆ। ਹਾਂ, ਇੱਕ ਚੀਜ਼ ਮੈਂ ਕਲੀਅਰ ਕਰਾਂ, ਜ਼ਰੂਰੀ ਨਹੀਂ ਕਿ ਉਹ ਕੰਟਰੋਲਿੰਗ ਕੋਈ ਸਿਰਫ ਐਜ਼ ਅ ਵੂਮਨ ਸਿਰਫ ਇੱਕ ਮਤਲਬ ਇੱਕ ਉਹੀ ਆ। ਉਹ ਕੰਟਰੋਲਿੰਗ ਉਹਦੇ ਸ਼ਿਕਾਰ ਆਦਮੀ ਵੀ ਹੋ ਸਕਦੇ ਨੇ, ਹੋ ਸਕਦਾ ਬੱਚੇ ਵੀ ਹੋ ਸਕਦੇ ਨੇ, ਟੀਨ ਏਜਰ ਵੀ ਹੋ ਸਕਦੇ ਨੇ, ਬਜ਼ੁਰਗ ਵੀ ਹੋ ਸਕਦੇ ਨੇ, ਜਿਨ੍ਹਾਂ ਦੀ ਕਿ ਪੈਨਸ਼ਨ ਤਾਂ ਆਉਂਦੀ ਆ ਪਰ ਪੈਨਸ਼ਨ ਉਹਨਾਂ ਦੇ ਕੋਲ ਨਹੀਂ ਆਉਂਦੀ, ਕਿਤੇ ਹੋਰ ਹੀ ਜਾਂਦੀ ਆ। ਸੋਚੋ ਜ਼ਰੂਰ, ਗੱਲ ਡੂੰਘੀ ਆ। ਸੋ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਨੇ ਇਹ ਜ਼ਰੂਰੀ ਨੇ। ਨਾ ਮੂਵਿੰਗ ਔਨ ਟੂ ਇਹ ਸਾਰੀ ਚੀਜ਼ ਆ ਜਿਹੜਾ ਬੱਚਿਆਂ ਦੇ ਉੱਤੇ ਅਸਰ ਬਹੁਤ ਪੈਂਦਾ ਆ। ਅਸੀਂ ਕਈ ਵਾਰੀ ਮੈਂ ਇਹ ਦੇਖਿਆ, ਜਦੋਂ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਵੀ ਆਉਂਦੇ ਨੇ ਨਾ, ਬਾਹਰ ਜਿਹੜੇ ਲੋਕ ਲਿਖਦੇ ਵੀ ਨੇ ਵੱਡੀਆਂ ਚੀਜ਼ਾਂ ਉੱਤੇ ਐਸੇਜ਼, ਉਹ ਭੁੱਲ ਜਾਂਦੇ ਨੇ ਕਿ there are children involved, there are kids involved as well, right? ਉਹਨਾਂ ਦੇ ਉੱਤੇ ਔਰ ਪ੍ਰੋਬਲਮ ਇੱਕ ਸਭ ਤੋਂ ਵੱਡੀ ਮਾੜੀ ਚੀਜ਼ ਕੀ ਹੈ ਰਾਜ, ਕੇ ਬੱਚੇ ਜਿਹੜੇ ਹੁੰਦੇ ਨੇ ਨਾ, ਬੱਚਿਆਂ ਦੇ ਉੱਤੇ ਜਿਸ ਚੀਜ਼ ਦਾ ਅਸਰ ਉਹ ਪੈ ਗਿਆ, ਜੇਕਰ ਉਹ ਲਗਾਤਾਰ ਹੋ ਗਿਆ ਤੇ ਉਹਨਾਂ ਦਾ ਚਾਈਲਡਹੁੱਡ, ਉਹਨਾਂ ਦਾ ਪ੍ਰੋਪਰ ਰੂਇਨ ਹੋ ਜਾਊਗਾ। ਹਾਂਜੀ। ਔਰ ਉਹਨਾਂ ਦਾ ਫਿਰ ਉਹ ਸਾਰੀ ਲਾਈਫ ਜਿਹੜੀ ਉਹਨਾਂ ਦੀ ਜਿਹੜੀ ਸੋਚ ਆ ਉਹ ਬਦਲ ਜਾਂਦੀ ਆ। ਸੋ ਇਹਦੇ ਬੱਚਿਆਂ ਤੇ ਇੰਪੈਕਟ ਜਿਹੜੇ ਨੇ ਉਹ ਕੀ ਨੇ? ਸੋ ਵਿਦ ਚਿਲਡਰਨ ਤੁਸੀਂ ਸੋਚੋ ਉਮਰ ਦੇ ਹਿਸਾਬ ਦੇ ਨਾਲ, ਓਕੇ, ਜਿਹੜੇ ਛੋਟੇ ਬੱਚੇ ਹੁੰਦੇ ਆ ਉਹ ਹੁੰਦੇ ਜਿੱਦਾਂ ਸਪੰਜ ਹੁੰਦਾ, ਰਾਈਟ? ਪਾਣੀ ਤੁਸੀਂ ਪਾਉਂਦੇ ਐਂਡ ਇਟ ਐਬਜ਼ੋਰਬਸ, ਹੈ ਨਾ? ਐਂਡ ਉਹ ਫਿਰ ਉਹਨਾਂ ਦੇ ਮਨ 'ਚ whatever information they take in, that's what they absorb and it stays, okay? That's what becomes their belief. ਉਹਨਾਂ ਦੀ ਸੋਚਾਂ ਬਣ ਜਾਂਦੀਆਂ ਆ, ਰਾਈਟ? ਓਕੇ। ਸੋ ਜੇ ਤੁਹਾਡੇ ਘਰ 'ਚ ਕਲੇਸ਼ ਹਰੇਕ ਦਿਨ ਆ, ਓਕੇ, ਤਾਂ ਨਿਆਣੇ ਸਿਰਫ ਸੁਣਦੇ, because there's different types, okay? So ਨਿਆਣਾ ਆਪੇ ਵੀ ਵਿਕਟਿਮ ਹੋ ਸਕਦਾ ਆ, ਓਕੇ, ਨਿਆਣਾ ਵਿਟਨੈਸ ਵੀ ਕਰ ਸਕਦਾ ਆ, so there's different forms, okay? Now children that witness abuse, ਉਹਨਾਂ ਦੇ ਭਾਵੇਂ ਉਹ ਗੱਭੇ ਨਹੀਂ ਕਦੇ ਆਉਂਦੇ, ਆਪਣੇ ਰੂਮ 'ਚ ਬੈਠੇ ਉਹਨਾਂ ਨੂੰ ਸਾਰਾ ਕੁਝ ਸੁਣਦਾ ਆ। ਜੇ ਉਹ ਡਿਨਰ ਟਾਈਮ ਤੇ ਉਹਨਾਂ ਨੂੰ ਪਤਾ ਦਾ ਭਾਂਡੇ ਮਾਰ ਹੁੰਦੇ ਆ, ਜੇ ਇੱਕ ਦੂਜੇ ਤੇ ਚੀਜ਼ਾਂ ਹੁੰਦੀਆਂ ਆ, they see that, okay? They're witnessing, they acknowledge, they're witnessing it, they're seeing it. ਉਹ ਨਿਆਣੇ ਹੁੰਦੇ ਆ, ਉਹ ਹੌਲੀ ਜਿੱਥੇ ਖੁਸ਼ ਹੁੰਦੇ ਆ, smiling children ਹੁੰਦੇ ਆ, happy children, ਹੌਲੀ you see that light go out, okay? Because there's something now in their home that makes them feel in fear, right? ਅਸੀਂ ਹੌਲੀ ਤੋਂ ਨਾ, ਕਿ ਜੇ ਅਸੀਂ ਆਵਾਜ਼ ਕੀਤੀ ਲੜਾਈ ਸ਼ੁਰੂ ਹੋ ਜਣੀ, ਸਾਡੇ ਕਰਕੇ ਹੋਣੀ ਆ। So they start holding that ਸ਼ਾਇਦ ਸਾਡੇ ਕਰਕੇ ਹੁੰਦੀ ਆ, ਮੈਂ ਪਾਣੀ ਡੋਲਦਾ ਤਾਂ ਸੀ ਤਾਂ ਹੀ ਲੜਾਈ ਸ਼ੁਰੂ ਹੋਈ ਆ। Any excuse, the children start blaming themselves. When a child blames himself, they isolate, they kind of go within themselves and go into a very dark place, okay? ਬੋਲਣ ਤੋਂ ਹਟ ਜਾਂਦੇ ਆ, ਕਈ ਖਾਣ ਤੋਂ ਹਟ ਜਾਂਦੇ ਆ। They go to school, they may wet the bed because of the fear. So every time you will see children that have witnessed abuse, a lot of the time, ਜੇ ਉੱਚੀ ਆਵਾਜ਼ ਬੋਲੋ ਉਹ ਨਿਆਣਾ ਡਰ ਜਾਂਦਾ. There's a reason why they're scared. That's right, they go in a corner or something. Yeah, and because they then, what they do is attach that feeling to the action. So we feel like this because somebody's voice is raised. But if the voice is raised, it's because ਉਹ ਲੜਾਈ ਕਰਦੇ। It could be ਕੋਈ ਉੱਦਾਂ ਹੀ ਉੱਚੀ ਬੋਲਦਾ, ਕਿਸੇ ਦੀ ਆਦਤ ਹੁੰਦੀ ਉੱਚੀ ਬੋਲਣ ਦੀ, ਪਰ ਉਹ ਨਿਆਣੇ ਨੂੰ ਥੋੜਾ ਪਤਾ ਹੁੰਦਾ, ਉਹਨੂੰ ਏਦਾਂ ਲੱਗਦਾ ਇਹ ਉੱਚੀ ਬੋਲਦੇ, ਇਹਨੀ ਲੜਾਈ ਹੋ ਜਾਣੀ ਆ। Because ਘਰ ਜਦੋਂ ਕੋਈ ਉੱਚੀ ਬੋਲਦਾ, ਸਾਡੇ ਘਰ 'ਚ ਲੜਾਈ ਹੁੰਦੀ ਆ। So they're witnessing that. ਉਹ ਅਸਰ ਪੈਂਦਾ ਜਦੋਂ ਸਕੂਲ ਜਾਂਦੇ ਆ। They may not talk to other people. They may withdraw a lot from family, from friends. They may want to speak to their teachers, they may not speak to their teachers. ਆਪਣੇ ਨਿਆਣੇ ਨੂੰ ਏਦਾਂ ਸਿਖਾ ਲਈਦਾ ਹੁੰਦਾ ਆ that ਬਾਹਰ ਨਹੀਂ ਗੱਲ ਕਰਨੀ। ਫਿਰ ਜੇ ਨਿਆਣਾ ਬਾਹਰ ਨਾ ਗੱਲ ਕਰਦਾ ਤਾਂ ਘਰ ਨਹੀਂ ਕਰ ਸਕਦਾ, ਉਹ ਨਿਆਣੇ ਨੇ ਕੀ ਕਰਨਾ?
ਅੰਦਰੋਂ ਬਿਲਕੁਲ ਅੰਦਰ so they lose themselves. That can have a really detrimental impact because they can start failing at school. They can go on to not finishing school. They may start going out and doing other things to make themselves feel better. Right, from what age can we say, like ਵੈਸੇ ਤਾਂ ਬੱਚਾ ਜਿੰਨਾ ਵੀ ਚਾਹੇ ਛੋਟਾ ਹੋਵੇ ਵੱਡਾ ਹੋਵੇ ਅਸਰ ਹੁੰਦਾ ਹੈ, ਹਾਂਜੀ, ਬਟ ਇੱਕ ਸਵਾਲ ਜ਼ਰੂਰ ਹੈ ਕਿ ਕਿਹੜੀ ਐਸੀ ਏਜ ਆ ਜਿਹੜੀ ਕਿ ਮਤਲਬ ਬਿਲਕੁਲ ਹੀ ਬੱਚੇ ਦੇ ਵਾਸਤੇ ਬਹੁਤ ਬੈਡ ਆ, ਮਤਲਬ 3 ਸਾਲ 4 ਸਾਲ ਜਾਂ 5 ਸਾਲ? so ਜਿਹੜੇ support services here for Right. children normally Right. start at the age of 5. Okay. Okay, because from that age ਉਹਨਾਂ ਨੂੰ ਸਮਝ ਉਹਨਾਂ ਨੂੰ ਥੋੜੀ ਸਮਝ ਹੁੰਦੀ ਹੈ ਕੀ ਹੁੰਦਾ ਕੀ ਨਹੀਂ. Yeah. Okay, They start recognizing things, right? Before that ਜੇ ਤੁਸੀਂ say 2-3 ਸਾਲਾਂ ਦੇ ਆ, Okay. ਜਦੋਂ ਚੀਜ਼ ਹੁੰਦੀ ਆ ਤੁਹਾਨੂੰ ਉਦੋਂ ਪਤਾ ਆ, but you may forget because your brain doesn't absorb that. And you don't understand much ਕਿ ਕੀ ਹੋ ਰਿਹਾ, right? Exactly. But at the age of 5, Okay. your brain starts to develop, you start to develop. So from that age, support services are available. If it's younger than that, Right. and idda ਘਰ ਚ domestic violence ਹੁੰਦੀ ਆ ਤਾਂ ਹੀ social services ਛੇਤੀ act ਕਰਦੇ ਆ because they have to, ਉਹਨਾਂ ਨੂੰ ਫਿਰ ਉਹ ਬੱਚੇ ਨੂੰ protect ਕਰਨਾ ਪੈਂਦਾ. ਜੇ ਉਹ ਬੱਚਾ birth ਤੋਂ 5 ਤੱਕ ਨਾ ਬੱਚਾ ਕਿਸੇ ਨੂੰ ਦੱਸ ਸਕਦਾ ਆ, ਫਿਰ ਕਿਸੇ ਨੂੰ ਉਹਦੇ ਵਾਸਤੇ ਡਿਸੀਜਨ ਲੈਣੀ ਪੈਂਦੀ ਆ. Okay, ਜੇ ਅਸੀਂ ਇੱਥੇ ਬੱਚਾ ਇੱਥੇ ਏਸੀ ਘਰ ਛੱਡ ਦਿੱਤਾ, ਇੱਥੇ ਕੀ ਅਸਰ ਪੈਂਦਾ? Okay, domestic violence ਨਿਆਣੇ ਕਈ ਵਾਰੀ neglect ਵੀ ਹੋ ਜਾਂਦੇ ਆ because parents ਦੀ ਲੜਾਈ ਹਮੇਸ਼ਾ ਹੁੰਦੀ ਆ, ਜਿਹੜਾ victim ਹੁੰਦਾ ਆ ਉਹ ਆਪ ਹੀ ਨਹੀਂ ਕੁਛ ਕਰ ਸਕਦਾ, ਉਹ ਆਪ ਹੀ ਨਹੀਂ ਫੰਕਸ਼ਨ ਹੋ ਸਕਦੇ, ਫਿਰ ਬੱਚਿਆਂ ਨੂੰ ਨਹੀਂ ਟਾਈਮ ਸਿਰ ਖਾਣਾ ਮਿਲਦਾ, ਜੇ ਬੱਚਿਆਂ ਨੂੰ ਨਲਾ ਨਹੀਂ ਸਕਦੇ because ਉਹ ਆਪ ਹੀ ਇੰਨੇ ਦੁਖੀ ਹੁੰਦੇ ਆ, ਉਹ ਸਾਰਾ neglect ਹੋ ਜਾਂਦਾ, ਉਹ ਨਿਆਣੇ ਤੇ ਅਸਰ. It's really sad because you can see that in a child. It's like you switch the light off. Okay, so identifying children is really important. So yeah, I was going to say, so how can you like identify the problem, because ਕਈ ਵਾਰੀ ਹੋ ਸਕਦਾ ਘਰਾਂ 'ਚ ਕੁਝ ਹੋ ਰਿਹਾ ਹੋਵੇ, but then ਜਿਹੜੇ ਬੱਚੇ ਦੇ ਮਾਪਿਓ ਆ, they are putting up this happy face outside in the public, you know, school drop ਕਰਨਾ, pick ਕਰਨਾ, act normal. Of course, yeah. ਪਰ ਫਿਰ ਉਹ ਜਿਹੜੀ ਪ੍ਰੋਬਲਮ ਆ ਆਇਡੈਂਟੀਫਾਈ ਕਿੱਦਾਂ ਹੋਵੇ ਤੇ ਕੌਣ ਉਸ ਪ੍ਰੋਬਲਮ ਨੂੰ ਆਇਡੈਂਟੀਫਾਈ ਕਰੂਗਾ? See, for children, the most important adults in their life are teachers. Right, okay. Because ਤੁਸੀਂ ਸਕੂਲੇ ਜਾਂਦੇ ਆ, ਕਿੰਨਾ ਟਾਈਮ ਤੁਸੀਂ ਸਕੂਲ ਸਪੈਂਡ ਕਰਦੇ ਆ, ਜਦ ਤੱਕ ਤੁਸੀਂ ਘਰ ਆਉਣਾ ਰੋਟੀ ਖਾਣਾ ਨਾਲ ਆ ਕੇ ਸੌਂ ਜਾਣਾ. ਹਾਂ, ਪੇਰੈਂਟਸ ਤੋਂ ਬਾਅਦ ਬਿਲਕੁਲ ਟੀਚਰਸ ਦਾ ਰੋਲ ਬਹੁਤ ਵੱਡਾ. So children should trust their teachers. Okay. Okay, ਜੇ ਤੁਸੀਂ ਸੋਚਦੇ ਆ that ਮੈਂ ਭੂਆ ਨੂੰ ਨਹੀਂ ਦੱਸ ਸਕਦੀ, ਚਾਚੇ ਨੂੰ ਦੱਸ ਸਕਦੀ, ਫਿਰ ਤੁਸੀਂ ਟੀਚਰਾਂ ਨੂੰ ਦੱਸੋ because they can support. And nobody, ਕੋਈ ਨਹੀਂ ਚਾਹੁੰਦਾ ਅਸੀਂ ਤੁਹਾਡੇ ਬੱਚੇ ਲੈ ਕੇ ਜਾਈਏ, ਕੋਈ ਨਹੀਂ ਚਾਹੁੰਦਾ. I've been doing this 11 years. ਤਾਂ ਜਦੋਂ ਕਿਸੇ ਦਾ ਬੱਚਾ ਉਹਨੇ ਤੋਂ ਪਰੇ ਹੁੰਦਾ, ਦੁੱਖ ਸਾਰਿਆਂ ਨੂੰ ਲੱਗਦਾ, ਭਾਵੇਂ ਸੋਸ਼ਲ ਵਰਕਰ ਹੋਏ, ਪੁਲਿਸ ਆਫਿਸਰ, ਸਾਰਿਆਂ ਨੂੰ ਹੁੰਦਾ ਆ because I think ਹੁਣ ਗੱਲ ਵੱਖਰੀ ਹੋ ਗਈ, ਹੁਣ ਡਿਫਰੈਂਟ ਤਰ੍ਹਾਂ ਦਾ ਇਫੈਕਟ ਉੱਤੇ ਹੋਣਾ, ਅਸਰ ਹੁਣ ਹੋਰ ਪੈ ਜਾਣਾ ਬੱਚੇ ਤੇ. ਉਹ ਚਾਹੁੰਦੇ ਆ ਬੱਚਾ ਆਪਣੇ ਫੈਮਿਲੀ 'ਚ ਰਹਿਣ, but ਉਹਨੇ ਕੋਈ ਜੌਬ ਹੁੰਦੀ ਆ, so they've got to protect that child. So ਜੇ for example ਆਪਣੀ ਫੈਮਿਲੀ ਮੈਂਬਰਸ ਆ, okay, ਤਾਂ ਅਸੀਂ ਕਿਸੇ ਦੇ ਘਰ ਜਾਂਦੇ ਹਰੇਕ ਵੀਕ, ਤਾਂ ਸਾਨੂੰ ਪਤਾ ਬੱਚਾ ਹੌਲੀ ਡਿਫਰੈਂਟ ਬਿਹੇਵ ਕਰਦਾ ਆ, ਸਾਰੇ ਹੈਪੀ ਲੱਗਦੇ, ਬੱਚਾ ਨਹੀਂ ਹੈਪੀ ਲੱਗਦਾ. ਪਹਿਲਾਂ ਤੁਸੀਂ ਮਾਂ ਪਿਓ ਨੂੰ ਪੁੱਛ ਸਕਦੇ ਆ ਤਾਂ ਇਹ ਹੁਣ ਇੱਕਦਮ ਕੁਆਇਟ ਕਾਤੇ ਹੋ ਗਿਆ, ਕੋਈ ਪ੍ਰੋਬਲਮ ਆ? ਜੇ ਉਹ ਕਹੋਗੇ ਨਹੀਂ, ਮੋਨੀਟਰ ਇਟ, ਤੁਸੀਂ ਦੇਖੀ ਜਾਓ, ਤੁਹਾਨੂੰ ਆਪ ਹੀ ਪਤਾ ਲੱਗ ਜਾਣਾ. ਚਿਲਡਰਨ ਹੈਵ ਅ ਬੈਡ ਡੇ. Okay, ਕਈ ਤਰ੍ਹਾਂ ਦੇ ਪ੍ਰੋਬਲਮਸ ਹੁੰਦੇ ਚਿਲਡਰਨ ਕੋਲ, ਉਹ ਸਕੂਲੇ ਵੀ ਜਾਂਦੇ, ਬੁਲੀ ਹੋ ਜਾਂਦੇ ਆ. ਇਹਦਾ ਮਤਲਬ ਨਹੀਂ ਸਿਰਫ ਘਰ ਪ੍ਰੋਬਲਮ ਹੋ ਸਕਦੀ ਹੈ, ਬਾਹਰ ਵੀ ਪ੍ਰੋਬਲਮ ਹੋ ਸਕਦੀ ਆ. ਪਰ ਜੇ ਪੇਰੈਂਟਸ ਨੂੰ ਪਤਾ ਨਹੀਂ, ਜੇ ਪੇਰੈਂਟਸ ਕਹਿ ਨਹੀਂ ਤਾਂ ਠੀਕ ਆ, they're not acknowledging something's wrong, then you got to think why. Because if you think ਆਪਣੇ ਸਾਰੇ ਫੈਮਿਲੀ 'ਚ ਬੱਚੇ ਹੁੰਦੇ ਆ, ਭਾਵੇਂ ਆਪਣੇ ਨਾ ਹੋਣ, ਹੋਰ ਕਿਸੇ ਦੇ ਹੋਣ, ਤੁਹਾਨੂੰ ਉਹਨਾਂ ਦੀ ਆਦਤ ਪਤਾ ਆ, ਤਾਂ ਜੇ ਤੁਸੀਂ ਕਿਸੇ ਨੂੰ ਕਹਿੰਦਾ ਇਹ ਬੱਚਾ ਹੁਣ ਠੀਕ ਨਾ, ਇਹ ਠੀਕ ਸੇ ਖਾਂਦਾ ਨਹੀਂ, ਇਹ ਤਾਂ ਇਹ ਕਿੰਨੀ ਪਤਲੀ ਹੋ ਜਾਂਦੀ ਹੈ, ਕੋਈ ਪ੍ਰੋਬਲਮ ਆ? ਨਹੀਂ ਇਹ ਪਤਲੀ ਕਿੱਥੋਂ, ਠੀਕ ਆ, ਉਹ ਫਿਰ ਡਿਨਾਈ ਕਰਦੇ ਆ ਕੋਈ ਪ੍ਰੋਬਲਮ ਆ. ਓਕੇ, ਜੇ ਉਹਨਾਂ ਨੂੰ ਅਸੀਂ ਪੁੱਛ ਲਿਆ, ਹੁਣ ਆਪਾਂ ਪੁੱਛ ਲਿਆ, ਅਸੀਂ ਪੁੱਛ ਲਿਆ ਉਹਨਾਂ ਨੂੰ, ਹੁਣ ਉਹਨਾਂ ਨੂੰ ਵੀ ਪੁੱਛਣਾ ਪਊਗਾ ਬੱਚੇ ਨੂੰ. That's right. ਜੇ ਘਰ ਨਾਲ ਪ੍ਰੋਬਲਮ ਹੋ ਗਈ, ਬਾਹਰ ਦੀ ਹੋ ਗਈ, ਪਰ ਜੇ ਮਾਂ ਪਿਓ ਨੂੰ ਪਤਾ ਨਹੀਂ ਲੱਗਦਾ ਤਾਂ ਅਸੀਂ ਕੀ ਕਰਾਂਗੇ? ਉਹ ਡਰਦੇ ਨਹੀਂ ਪੁੱਛਦੇ. So there's so many different elements. That's why talking to teachers, whether you're a victim of abuse, even if you're a perpetrator, ਤਾਂ ਤੁਹਾਨੂੰ ਲੱਗਦਾ that ਮੈਨੂੰ ਗੁੱਸਾ ਬਹੁਤ ਛੇਤੀ ਆਉਂਦਾ, ਮੈਨੂੰ ਸਮਝ ਨਹੀਂ, ਮੈਨੂੰ ਗੁੱਸਾ ਕਾਹਤੇ ਆਉਂਦਾ ਆ, ਤਾਂ ਕਈ ਵਾਰ ਮੇਰਾ ਦਿਲ ਕਰਦਾ ਮੈਂ ਕਿਸੇ ਨੂੰ ਮਾਰ ਦੇਵਾਂ, ਮੈਂ ਕੁਛ ਕਰਾਂ. Go to your doctor, tell them that ਮੇਰੇ ਮਨ 'ਚ ਇੱਦਾਂ ਦੀਆਂ ਗੱਲਾਂ ਆਉਂਦੀਆਂ ਆ,
ਬਿਕਾਜ਼ ਜਦੋਂ ਤੁਸੀਂ ਸੋਚਦੇ ਆਉਂਦੀਆਂ ਮੈਂ ਚਾਹੁੰਦਾ ਨਹੀਂ ਇੱਦਾਂ ਸੋਚਣਾ ਚਾਹੁੰਦਾ ਨਹੀਂ ਜੇ ਮੈਂ ਚਾਹੁੰਦੀ ਨਹੀਂ ਫਿਰ ਤੁਸੀਂ ਮਦਦ ਮੰਗ ਸਕਦੇ ਆ because you're identifying something's not right. That's exactly right. So that's for anyone. So if you think, okay, my child's a little bit not normal, school ਨੂੰ ਜਾਓ ਸਕੂਲੇ ਨੂੰ ਪੁੱਛੋ ਘਰ ਸਾਡੇ ਕੋਈ ਨਹੀਂ ਪ੍ਰੋਬਲਮ ਹੈਗੀ ਘਰ 'ਚ ਨਹੀਂ ਕੋਈ ਪ੍ਰੋਬਲਮ ਇੱਥੇ ਕੋਈ ਪ੍ਰੋਬਲਮ ਆ ਜੋ ਕਿਉਂਕਿ ਇੱਥੇ ਤਾਂ ਬੱਚਾ ਠੀਕ ਆ ਫਿਰ ਤੁਸੀਂ ਬੱਚੇ ਨੂੰ ਪੁੱਛੋ but then again ਇੱਕ ਚੀਜ਼ ਮੈਂ ਜ਼ਰੂਰ ਆਪਾਂ ਇਹ ਲਾਸਟ ਟਾਈਮ ਵੀ ਤੁਸੀਂ ਇੱਕ ਚੀਜ਼ ਕਲੀਅਰ ਕੀਤੀ ਸੀ ਹਾਂਜੀ ਆਮ ਤੌਰ ਤੇ ਹੁੰਦਾ ਕੀ ਹੈ ਜਦੋਂ ਨਾ ਘਰ ਦੇ ਵਿੱਚ ਇਦਾਂ ਲੜਾਈ ਹੋਵੇ ਜੇਕਰ ਇੱਕ ਪੇਰੈਂਟ ਥੋੜਾ ਜ਼ਿਆਦਾ ਜਾਂ ਘੱਟ ਪੜਿਆ ਹੋਵੇ ਨਾ ਪੜਿਆ ਹੋਵੇ ਦੂਸਰਾ ਉਹਨੂੰ ਕਹਿੰਦਾ ਜੇ ਆਪਾਂ ਕਿਸੇ ਨਾਲ ਗੱਲ ਕੀਤੀ ਤਾਂ ਸੋਸ਼ਲ ਸਰਵਿਸਿਜ਼ ਨੇ ਆ ਕੇ ਨਿਆਣੇ ਨੂੰ ਲੈ ਜਾਣਾ ਹਾਂਜੀ ਕੈਨ ਯੂ ਕਲੀਅਰ ਦਿਸ ਐਸ ਵੈਲ ਵੀ ਜੇ ਇੱਕ ਘਰ ਦੇ ਵਿੱਚ ਰੋਜ਼ ਕਲੇਸ਼ ਹੋ ਰਿਹਾ ਹਾਂਜੀ ਡੋਮੈਸਟਿਕ ਵਾਇਲੈਂਸ ਚਾਹੇ ਉਹ ਕੁੱਟਮਾਰ ਆ ਚਾਹੇ ਕਿਸੇ ਵੀ ਤਰ੍ਹਾਂ ਦੇ ਜਿੱਦਾਂ ਆਪਾਂ ਕਿਹਾ ਵੀ ਭਾਂਡੇ ਖੜਕਦੇ ਬਹੁਤ ਜ਼ਿਆਦਾ ਹੀ ਆ ਵੀ ਭਾਂਡੇ ਮੈਂ ਕਹਿੰਦਾ ਚਲੋ ਘਰਾਂ 'ਚ ਜਿੱਥੇ ਦੋ ਆ ਖੜਕਣ ਤਾਂ ਜ਼ਰੂਰ ਪਰ ਭਾਂਡੇ ਟੁੱਟਣ ਨਾ ਹਾਂਜੀ ਸਭ ਤੋਂ ਜ਼ਿਆਦਾ ਖਤਰਾ ਉਦੋਂ ਆਉਂਦਾ ਹੈ ਸੋ ਇੱਥੇ ਉਦੋਂ ਕੀ ਕਿਉਂਕਿ ਆਮ ਤੌਰ ਤੇ ਨਾ ਇਹ ਗੱਲ ਇੱਕ ਸਾਡੇ ਲੋਕਾਂ ਦੇ ਦਿਮਾਗ 'ਚ ਬਿਠਾ ਦਿੱਤੀ ਗਈ ਆ ਜਾਂ ਅਸੀਂ ਆਪ ਹੀ ਪਾ ਲਈ ਆ ਵੀ ਜੇਕਰ ਘਰ ਦੇ 'ਚ ਇਦਾਂ ਦੀ ਪ੍ਰੋਬਲਮ ਹੋਈ ਉੱਥੇ ਜੇ ਪੁਲਿਸ ਨੂੰ ਕਾਲ ਕੀਤਾ ਗਿਆ ਜਾਂ ਸੋਸ਼ਲ ਸਰਵਿਸਿਜ਼ ਆਏ ਉਹਨਾਂ ਨੇ ਆ ਕੇ ਬੱਚਿਆਂ ਨੂੰ ਲੈ ਜਾਣਾ ਹਾਊ ਲਾਈਕ ਇਹ ਕਿੰਨੀ ਸੱਚਾਈ ਆ ਜੇ okay imagine ਤੁਹਾਡੇ ਘਰ 'ਚ ਕਲੇਸ਼ ਆ okay ਲੜਾਈ ਹੋਈ ਆ ਤਾਂ ਬੱਚੇ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਕਈ ਬੱਚੇ ਕਰਦੇ ਆ okay ਉਹਨੇ ਨੇ ਪੁਲਿਸ ਨੂੰ ਫੋਨ ਕਰਤਾ ਤਾਂ ਸਾਡੇ ਘਰ 'ਚ ਲੜਾਈ ਹੁੰਦੀ ਆ ਤਾਂ ਜਦੋਂ ਪੁਲਿਸ ਆਉਂਦੀ ਆ okay ਉਹ ਦੇਖਦੇ ਪਹਿਲਾਂ ਉਹਨੇ ਨੇ ਜਿਹੜੇ ਲੜਦੇ ਉਹਨੇ ਨੂੰ ਜੁਦਾ ਕਰਨਾ okay ਜਿਹੜਾ ਲੜਾਈ ਸ਼ੁਰੂ ਕਰਦਾ ਜੇ ਮਾਰਦਾ ਇਦਾਂ ਉਹਨੂੰ ਪਹਿਲਾਂ ਪਰੇ ਕਰਨਾ ਹੁਣ ਜੇ ਉਹ ਬੱਚਾ ਕਹੇਗਾ ਲੜਾਈ ਦੇ ਵਿੱਚ ਮੈਂ ਵੀ ਵਿੱਚ ਫਸ ਗਿਆ ਸੀ ਤਾਂ ਮੇਰੇ ਦੋ ਚਪੇੜਾ ਲੱਗ ਗਈਆਂ ਮੇਰੇ ਸੱਟ ਲੱਗ ਗਈ they have to then report it to children's services they've got no choice ਉਹਨੇ ਦੱਸਣਾ ਪੈਂਦਾ ਆ because ਹੁਣ ਇਹਦਾ ਮਤਲਬ ਇਹ ਬੱਚੇ ਤੇ ਹੁਣ ਅਸਰ ਪੈਂਦਾ ਆ ਹੁਣ ਸਿਰਫ ਅਸਰ ਇਹ ਨਹੀਂ ਹੈਗਾ ਤਾਂ ਲੜਾਈ ਸੁਣਦੀ ਆ ਹੁਣ ਬੱਚਾ ਲੜਾਈ ਦੇ ਵਿੱਚ ਆ ਵੀ ਗਿਆ ਆ ਭਾਵੇਂ ਸੇਵ ਕਰਨ ਨੂੰ ਪ੍ਰੋਟੈਕਟ ਕਰਨ ਨੂੰ ਪਰ ਵਿੱਚ in that fight ਬੱਚੇ ਦੇ ਸੱਟ ਲੱਗੀ ਹੋ ਕਿਤੇ ਨਾ ਕਿਤੇ they have to report it okay ਫਿਰ ਸੋਸ਼ਲ ਸਰਵਿਸ ਨੂੰ ਜ਼ਰੂਰ ਆਉਣਾ ਪੈਂਦਾ ਵੀ ਆ ਤਾਂ ਆਉਣਾ ਚਾਹੀਦਾ ਵੀ ਆ ਪੁੱਛਣ that ਇਸ ਘਰ 'ਚ ਕੱਲ ਇਹ ਗੱਲ ਹੋਈ ਸੀ ਤਾਂ ਹੁਣ ਬੱਚੇ ਤੇ ਸੱਟ ਲੱਗੀ ਸੀ okay ਉਹਨੇ ਨੇ ਪਹਿਲਾਂ ਦੇਖਣਾ ਇਨਵੈਸਟੀਗੇਸ਼ਨ ਕਰਨੀ ਆ ਤਾਂ ਇਹ ਨਵੀਂ ਗੱਲ ਹੈ ਪਹਿਲੀ ਵਾਰੀ ਹੋਈ ਆ ਪੁਲਿਸ ਅੱਗੇ ਵੀ ਆਈ ਹੋ so they look at the history ਉਹਨੇ ਪਹਿਲਾਂ ਸਾਰੀ ਹਿਸਟਰੀ ਦੇਖਣੀ ਤੁਹਾਡੀ ਫੈਮਿਲੀ ਦੀ ਜੇ ਤੁਸੀਂ ਪਹਿਲੀ ਵਾਰੀ ਫੋਨ ਕੀਤਾ ਪੁਲਿਸ ਨੂੰ ਐਂਡ ਤੁਸੀਂ ਕਹਿ ਦਿੰਦੇ ਪਹਿਲੀ ਵਾਰੀ ਆਰਗੂਮੈਂਟ ਹੋਈ got out of hand ਉਹਨੇ ਨੇ ਇਦਾਂ ਤਾਂ ਨਹੀਂ ਕਹਿਣੀ ਅਸੀਂ ਤੁਹਾਡੇ ਬੱਚੇ ਲੈ ਜਾਣੇ ਉਹਨੇ ਨੇ ਇਦਾਂ ਕਹਿਣਾ okay ਸਾਡੇ ਕੋਲ ਆ ਕੰਸਰਨ ਆ ਅਸੀਂ ਥੋੜੇ ਜਿਹੇ ਫੈਮਿਲੀ ਮੋਨੀਟਰ ਕਰਨੀ ਆ ਜਿੱਦਾਂ ਅਸੀਂ ਬੱਚੇ ਨਾਲ ਵੀ ਗੱਲ ਕਰਨੀ ਆ ਫਿਰ ਉਹ ਸਕੂਲ ਨੂੰ ਵੀ ਦੱਸ ਦਿੰਦੇ ਆ that ਜੇ ਪ੍ਰੋਬਲਮ ਤੁਹਾਨੂੰ ਹਮ ਬੱਚੇ ਥੋੜਾ ਡਿਫਰੈਂਸ ਲੱਗੇ ਸਾਨੂੰ ਜ਼ਰੂਰ ਦੱਸਿਓ ਬਿਕਾਜ਼ ਅਸੀਂ ਆ ਫੈਮਿਲੀ ਮੋਨੀਟਰ ਕਰਦੇ ਆ ਜੇ ਬੱਚੇ ਤੇ ਸੱਟ ਹੋਏ ਤਾਂ ਬੱਚਾ ਕਹੇਗਾ ਲੜਾਈ ਹੋਈ ਸੀ ਪਰ ਮੇਰੇ ਡੈਡੀ ਨੇ ਜੇ ਮੇਰੀ ਮੰਮੀ ਨੇ ਮੇਰੇ 3-4 ਮੁੱਕੇ ਮਾਰੇ that child then ਉੱਥੇ ਸੇਫ ਨਹੀਂ ਹੈਗਾ because ਜਿਹੜੇ ਪੇਰੈਂਟਸ ਆ ਜਿਨ੍ਹਾਂ ਨੂੰ ਬੱਚੇ ਦੀ ਲੁੱਕ ਆਫਟਰ ਕਰਨੀ ਚਾਹੀਦੀ ਆ ਹੁਣ ਬੱਚਾ ਆਪ ਹੀ ਵਿਕਟਿਮ ਬਣ ਗਿਆ ਆ ਉਹਨਾਂ ਦੋਨਾਂ ਦੀ ਲੜਾਈ ਤਾਂ ਹੋ ਹੀ ਰਹੀ ਹੈ but then at the same time ਦੋਨੇ ਪਾਸਿਓਂ not accidental but ਜਾਣ ਕੇ ਹਾਂ then that child is a victim in their own right ਉਹਨੇ ਨੂੰ ਫਿਰ ਕਹੋਗੇ please a lot of the time ਜੇ ਉਹ ਬੱਚਾ young ਹੋਵੇ ਉਹਨੂੰ ਲੈ ਕੇ ਜਾਣਾ ਪੈਂਦਾ they have to call social services and they remove the child ਜਦ ਤੱਕ ਉਹ ਗੱਲ ਸੋਰਟ ਆਊਟ ਨਹੀਂ ਹੁੰਦੀ ਪਰ ਇਹ ਨਹੀਂ ਵੀ ਉਹ ਪੱਕਾ ਹੀ ਨਹੀਂ ਪੱਕਾ ਨਹੀਂ ਉਹਨੇ ਨੇ ਇਨਵੈਸਟੀਗੇਸ਼ਨ ਫੇਰ ਵੀ ਕਰਨੀ ਆ ਤਾਂ ਜੇ ਉਹ ਬੱਚਾ ਕਹੋਗਾ ਨਹੀਂ ਪਹਿਲੀ ਵਾਰੀ ਗੱਲ ਹੋਈ ਹੈ ਇਟਸ ਨੈਵਰ ਹੈਪਨ ਬਿਫੋਰ ਤਾਂ ਪੇਰੈਂਟਸ ਵੀ ਦਾ ਕਹੋਗੇ ਉਹ ਫਿਰ ਥੋੜੇ ਚੇਲੇ ਮੋਨੀਟਰ ਕਰੋਗੇ ਫੈਮਿਲੀ ਤੁਹਾਡੀ ਸੋਸ਼ਲ ਸਰਵਿਸਿਜ਼ ਦੇ ਫਾਈਲ ਖੁੱਲੀ ਤਾਂ ਰਹੂਗੀ but they'll monitor it but they definitely take a child's statement they have to depending on the age okay because ਜੇ 5 ਸਾਲਾਂ ਦਾ ਬੱਚਾ ਉਹ ਸ਼ੇਤ ਨਾ ਸਟੇਟਮੈਂਟ ਦੇ ਸਕੇਗਾ that's right but social services are trained to interact with the child ਉਹਦੇ ਫੀਲਿੰਗਸ ਪਤਾ ਕਰਨ ਉਹਦੇ ਫੀਲਿੰਗਸ ਕੀ ਆ ਉਹਦੇ ਇਮੋਸ਼ਨਸ ਕੀ ਆ okay ਤਾਂ ਇਦਾਂ ਨਹੀਂ ਅਸੀਂ ਲੈ ਕੇ ਚਲ ਗਏ ਅਸੀਂ ਵਾਪਸ ਨਹੀਂ ਬੱਚਾ ਦੇਣਾ ਉਹ ਲੈ ਕੇ ਜਾਂਦੇ ਤਾਂ ਅਸੀਂ ਜਿਹੜੀ ਇਸ਼ੂ ਆ ਕਲੀਅਰ ਅਪ ਕਰੀਏ once I've investigated they decide but if a child then says ਨਹੀਂ every day ਹੁੰਦਾ ਮੈਂ ਸੇਫ ਨਹੀਂ ਹੈਗਾ ਇਸ ਘਰ 'ਚ ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ ਉਹਨੇ ਨੂੰ ਫਿਰ ਬੱਚੀ ਦੀ ਗੱਲ ਸੁਣਨੀ ਪੈਂਦੀ ਆ so sometimes the child then does get placed ਹੋਰ ਫੈਮਿਲੀ ਦੇ ਨਾਲ also ਇੱਕ ਜਿਹੜੀ ਚੀਜ਼ ਆ ਇਹ ਆਈ ਥਿੰਕ ਤਕਰੀਬਨ ਹਰੇਕ ਕਮਿਊਨਿਟੀ ਵਿੱਚ ਆ ਬਟ ਸਾਡੀ ਕਮਿਊਨਿਟੀ 'ਚ ਥੋੜਾ ਜ਼ਿਆਦਾ ਆ ਉਹ ਇਹ ਆ ਕਿ ਜਦੋਂ ਬੱਚੇ ਹੋ ਜਾਂਦੇ ਆ ਬੇਸ਼ੱਕ ਬੱਚਾ 1 ਜਾਂ 2 ਜਾਂ 3 ਆ ਜਿੱਦਾਂ ਵੀ ਆ ਤੇ ਲੜਾਈ ਹੁੰਦੀ ਵੀ ਹੋਵੇ ਤੇ ਉਹ ਆਮ ਤੌਰ ਤੇ ਇੱਕ ਧਾਰਨਾ ਇੱਕ ਦਿਮਾਗ 'ਚ ਪਾ ਲਿਆ ਜਾਂਦਾ ਆ ਲੈਟਸ ਜਸਟ ਸਟੇ ਟੁਗੇਦਰ ਫॉर द ਸੇਕ ਆਫ ਕਿਡਸ ਰਾਈਟ
ਨਾ ਇਨਫੈਕਟ ਇਦਾਂ ਦੇ ਹਾਲਾਤਾਂ 'ਚ ਮੈਂ ਕਈ ਵਾਰੀ ਉਹ ਦੇਖਦਾ ਆ ਜਾਂ ਇਹੋ ਜਿਹੀਆਂ ਚੀਜ਼ਾਂ ਸੁਣੀਆਂ ਨੇ ਜਿੱਥੇ ਮੈਨੂੰ ਲੱਗਦਾ ਵੀ ਯਾਰ ਠੀਕ ਆ ਤੁਸੀਂ ਬੱਚੇ ਦੇ ਕਰਕੇ ਇਕੱਠੇ ਰਹਿ ਤਾਂ ਰਹੇ ਹੋ, ਬੇਸ਼ੱਕ ਉਹ ਫੈਮਿਲੀ ਪ੍ਰੈਸ਼ਰਸ ਆ ਦੋਨਾਂ ਪਾਸਿਆਂ ਤੋਂ ਜਾਂ ਫਰੈਂਡ ਸਰਕਲ ਜਾਂ ਜਿਵੇਂ ਵੀ ਆ, ਬਟ ਦੈਨ ਇਫ ਯੂ ਥਿੰਕ ਅਬਾਊਟ ਇਟ ਉਹਦੇ ਨਾਲ ਬੱਚੇ ਤੇ ਤਾਂ ਕਿਤੇ ਨਾ ਕਿਤੇ ਮੈਂਟਲੀ ਜ਼ਿਆਦਾ ਬੁਰਾ ਅਸਰ ਹੋ ਰਿਹਾ ਆ। ਸੋ ਉਹਦੇ ਵਾਸਤੇ ਵੀ ਇੱਕ ਜਿਹੜੀ ਚੀਜ਼ ਆ, ਕੈਨ ਵੀ ਲਾਈਕ ਟਾਕ ਅਬਾਊਟ ਦੈਟ ਐਜ਼ ਵੈਲ, ਬਿਕਾਜ਼ ਇਹ ਇੱਕ ਬੜੀ ਆਮ ਜਿਹੀ ਚੀਜ਼ ਆ ਵੀ ਚਲੋ ਹੁਣ ਬੱਚਾ ਆ, ਆਪਾਂ ਜੁਦੇ ਨਾ ਹੋਈਏ, ਆਪਾਂ ਉਹ ਨਾ ਆਪਾਂ ਸੋਚੀਏ ਸੈਪਰੇਸ਼ਨ ਬਾਰੇ ਹੈ ਨਾ, ਵੀ ਆਪਾਂ ਬੱਚਿਆਂ ਦੇ ਕਰਕੇ ਇਕੱਠੇ ਆਪਾਂ ਰਹਿ ਲਈਏ, ਪਰ ਆਰਗੂਮੈਂਟਸ, ਲੜਾਈਆਂ, ਸਾਰੀਆਂ ਚੀਜ਼ਾਂ ਉਹ ਵੱਧਦੀਆਂ ਜਾਂਦੀਆਂ ਨੇ। ਸੋ ਜਿੱਦਾਂ ਤੁਸੀਂ ਕਹਿੰਦੇ ਆ ਕਈ ਫੈਮਿਲੀਜ਼ ਹੁੰਦੀਆਂ ਜਿੱਦਾਂ ਉਹ ਬੱਚੇ ਕਰਕੇ ਇਕੱਠੇ ਰਹਿ ਲੈਂਦੇ, ਪਰ ਇਹ ਲੜਾਈ ਝਗੜਾ ਨਹੀਂ ਹੁੰਦਾ। They may not talk to each other, they may live separate lives, that's different, okay? Because ਬੱਚੇ ਨੂੰ ਪਿਆਰ ਮਿਲਦਾ ਆ, ਬੱਚੇ ਨੂੰ ਸਿਰਫ ਪੇਰੈਂਟਸ ਉੱਤੇ ਹੈਗੇ ਆ, ਬੱਚੇ ਨੂੰ ਸਿਰਫ ਪਿਆਰ ਚਾਹੀਦਾ, ਉਹਨਾਂ ਨੂੰ ਇਦਾਂ ਹੋਣਾ ਚਾਹੀਦਾ ਕਿ ਅਸੀਂ ਰਾਤ ਨੂੰ ਸੌਣਾ, ਅਸੀਂ ਸੇਫ ਆ, ਸਵੇਰ ਨੂੰ ਉੱਠਣਾ ਸਾਡੇ ਮੰਮੀ ਡੈਡੀ ਹੈਗੇ ਆ, okay? So they just want to feel safe. ਸੋ ਤੁਸੀਂ ਰਹਿ ਸਕਦੇ ਇਕੱਠੇ, ਇਦਾਂ ਨਹੀਂ ਕੋਈ ਕਹਿੰਦਾ ਤੁਸੀਂ ਨਾ ਰਹੋ, ਪਰ ਜੇ ਤੁਹਾਡੇ ਘਰ ਡੋਮੈਸਟਿਕ ਵਾਇਲੈਂਸ ਹੈ ਉਹ ਗੱਲ ਡਿਫਰੈਂਟ ਆ, ਬਿਕਾਜ਼ ਜਿਹੜਾ ਉਹ ਲੜਾਈਆਂ ਝਗੜਾ ਇੱਕ ਦੂਜੇ ਦਾ ਮਾਰ ਕੁੱਟਣਾ, ਉਹ ਜੇ ਤੁਸੀਂ ਸੋਚਦੇ ਅਸੀਂ ਇਕੱਠੇ ਰਹਿੰਦੇ ਸਾਡੇ ਬੱਚੇ ਤੇ ਅਸਰ ਚੰਗਾ ਪੈਂਦਾ, ਨਾ ਇਫ ਐਨੀਥਿੰਗ ਯੂ ਡਿਸਟਰੋਇੰਗ ਦੈਟ ਚਾਈਲਡ, ਬਿਕਾਜ਼ ਹੁਣ ਉਹ ਸਿਰਫ ਬੱਚੇ ਤੇ ਅਸਰ ਦਿਲ ਤੇ ਨਹੀਂ ਸਿਰ ਪੈਂਦਾ, ਉਹ ਆਪਣੇ ਤੇ ਬਲੇਮ ਵੀ ਕਰਨ ਲੱਗ ਪੈਂਦੇ ਆ, okay? Because parents ਕਈ ਵਾਰੀ ਕਹਿ ਦਿੰਦੇ ਆ ਅਸੀਂ ਤੁਹਾਡੇ ਕਰਕੇ ਇਕੱਠੇ ਰਹੇ ਸੀ, ਮੈਂ ਤੇਰੇ ਕਰਕੇ ਇੱਥੇ ਆ, okay? But now what you're saying is ਤੁਹਾਡੇ ਘਰ ਚ ਲੜਾਈ ਹੁੰਦੀ ਆ ਤਾਂ ਹੀ ਹੁੰਦੀ because ਤੁਸੀਂ ਇਕੱਠੇ ਆ, ਪਰ ਹੁਣ ਇਹ ਗਲਤੀ ਸਾਡੀ ਨਹੀਂ, ਇਹ ਗਲਤੀ ਤੁਹਾਡੀ ਆ, ਉਹ ਨਿਆਣੇ ਨੂੰ ਬਲੇਮ ਕਰ ਦਿੰਦੇ ਆ। That's wrong, because ਫਿਰ ਉਹ ਨਿਆਣਾ ਸਿਰਫ ਉਹ ਗਲਤੀ ਨਹੀਂ ਲੈ ਕੇ ਘੁੰਮਦਾ, ਉਹ ਇਹ ਵੀ ਹੁਣ ਸੋਚਦਾ ਮੇਰੇ ਕਰਕੇ the guilt. That's it. Yeah. And guilt can make children do lots of different things. That's right. Okay. So people think they're doing the right thing by staying together. But they're not. If you can stay together because you live in harmony, stay together. You don't have to agree. Not every husband and wife agrees. But if you're living together and you think actually ਘਰ ਇੱਕ ਚ ਰਹਿ ਕੇ ਅਸੀਂ ਕੱਟ ਕਟਾਪਾ ਹਰੇਕ ਦਿਨ ਕਰੀ ਜਾਈਏ ਤਾਂ ਮੇਰਾ ਨਿਆਣਾ ਫਿਰ ਵੀ ਲੱਕੀ ਹੈ ਅਸੀਂ ਇਕੱਠੇ ਆ, ਉਹ ਨਿਆਣੇ ਨੂੰ ਪੁੱਛ ਕੇ ਤੁਸੀਂ ਦੇਖਿਓ। ਪਰ how can we say for example ਜਿੱਥੇ ਕਿ abuser ਜਿਹੜਾ ਆ, abuser is thinking that I want my child in a safe environment, but at the same time I'm not willing to leave the person. ਉਹਦਾ ਕੋਈ ਵੀ ਰੀਜ਼ਨ ਹੋ ਸਕਦਾ ਆ, ਵੀ ਹੋ ਸਕਦਾ ਉਹਨੂੰ ਬੱਚੇ ਵੱਲੋਂ ਪਿਆਰ ਬੜਾ ਮਿਲਦਾ ਹੈ ਪਾਰਟਨਰ ਨੂੰ, ਜਾਂ ਉਹ ਬੱਚਾ ਉਸ ਪਾਰਟਨਰ ਤੋਂ ਬਿਨਾਂ ਰਹਿ ਨਹੀਂ ਸਕਦਾ, ਹੁਣ ਉਹ ਜਿਹੜਾ ਅਬਿਊਜ਼ਰ ਆ ਉਹ ਸਟਕ ਹੋਇਆ ਆ, right? So ਉਹ abuser ਉਸ ਟਾਈਮ ਤੇ ਕੀ ਕਰੇ? So the abuser isn't, very rarely is the abuser stuck. Right. Abuser's one making the decisions. The abused. The abused. I mean, you know, do apologize here. Not the abuser. I know what you mean. Exactly. ਜਿਹੜਾ abused ਹੋ ਰਿਹਾ ਆ, ਕਿਉਂਕਿ ਉਹਨੂੰ ਇਹ ਲੱਗਦਾ ਵੀ ਇੱਕ ਪਾਸੇ ਤਾਂ it's about my own child. Of course. ਦੂਸਰੇ ਨੰਬਰ ਤੇ ਮੇਰੀ ਸੇਫਟੀ ਵੀ ਆ, ਬੱਚੇ ਦੀ ਸੇਫਟੀ ਵੀ ਆ, ਹੁਣ ਮੈਂ ਕਰਾਂ ਤਾਂ ਕਰਾਂ ਕੀ? ਜਦੋਂ children services ਜੇ police ਜਿਹੜੀ ਵੀ agency ਹੋਣ, ਜਦੋਂ ਪਹਿਲੀ ਬੜੀ family ਚ ਆਉਂਦੇ ਆ, they always say to the victim, right, why don't you leave? ਇੱਥੇ ਕਾਤੇ ਆ? Okay, let's just, for an example, let's just use a female to give you an example, okay? ਉਹ ਕਹਿ ਦਿੰਦੇ victim ਨੂੰ ਤੂੰ ਇੱਥੇ ਰਹਿਨੀ ਕਾਤੇ ਆ, ਤੂੰ ਗਈ ਕਾਤੇ ਨਹੀਂ? ਤਾਂ ਉਹ victim ਕਹੇਗੀ ਮੇਰੇ ਬੱਚਿਆਂ ਕਰਕੇ। So they say, but ਤੇਰੇ ਕੋ ਡਿਊਟੀ ਆਪਣੇ ਬੱਚਿਆਂ ਨੂੰ safeguard ਕਰਨ ਨੂੰ, right? ਨਾਲੇ ਇੱਥੇ ਰਹਿ ਜਾਂਦੀਆਂ, ਨਾਲੇ ਹਰੇਕ ਦਿਨ ਕੱਟ ਖਾਈ ਜਾਂਦੀਆਂ, ਨਾਲੇ ਹਰੇਕ ਦਿਨ ਲੜਾਈਆਂ ਹੁੰਦੀਆਂ, ਫਿਰ ਤੁਸੀਂ ਆਪਣੀ ਰਿਲੇਸ਼ਨਸ਼ਿਪ ਰੱਖਿਓ ਮੋਰੇ, ਬੱਚੇ ਦੀ ਨਹੀਂ ਤੁਸੀਂ ਸੋਚਦੇ। That's right. ਉਹ ਬੰਦਾ ਤਾਂ ਫਸ ਗਿਆ, ਉਹ ਸੋਚ ਹਾਂ ਮੈਂ ਕੀ ਕਰਾਂ, ਮੈਂ ਬੱਚੇ ਕਰਕੇ ਰਹਿਣਾ ਵੀ ਆ, ਜੇ ਰਹਿੰਦੀ ਵੀ ਆ ਤਾਂ ਜੇ ਮੈਂ ਹੁਣ ਰਹਾਂ ਹੁਣ ਮੈਨੂੰ ਸਾਰੇ ਮੈਨੂੰ ਬਲੇਮ ਕਰਦੇ ਆ, okay? Victim always gets questioned, always. Yes. Responsibility victim ਤੇ ਹਮੇਸ਼ਾ ਪੈਂਦੀ ਆ ਜ਼ਿਆਦੀ, always. That decision ਹੋਣੀ ਚਾਹੀਦੀ, ਤੁਹਾਨੂੰ ਜਾਣਾ ਚਾਹੀਦਾ, ਅਸੀਂ ਹਮੇਸ਼ਾ ਕਹਿੰਦੇ ਆ ਸਾਡੀ ਆਰਗੇਨਾਈਜੇਸ਼ਨ, we always say ਤੁਸੀਂ ਵਿਕਟਿਮ ਨੂੰ ਕਾਹਤੇ ਪੁੱਛਦੇ ਆ, ਤੁਸੀਂ ਪਰਪੇਟ੍ਰੇਟਰ ਨੂੰ ਕੱਢੋ ਕਰੋ, ਲੜਾਈਆਂ ਉਹ ਕਰਦਾ ਉਹ ਕਰਦੀ ਹੈ, so remove them. Why do you want to remove the victim? So a victim stays because dependent ਹੁੰਦੇ ਆ, it might be financial, it might be ਘਰ ਪਰਪੇਟ੍ਰੇਟਰ ਦੇ ਨਾਂ ਤੇ ਆ ਜਿਹੜਾ ਮਾਰਦਾ, ਜੇ ਮੈਂ ਚਲ ਗਈ ਮੈਨੂੰ ਮੈਂ ਕਿੱਥੇ ਜਾਣਾ, ਨਿਆਣੇ ਕਿੱਥੇ ਲੈ ਕੇ ਜਾਣੇ ਆ, ਸ਼ਾਇਦ ਹੋਗਾ ਉਹ ਕਹੋਗੇ ਬੱਚੇ ਕਹੋਗੇ ਅਸੀਂ ਨਹੀਂ ਜਾਣਾ, ਅਸੀਂ ਆਪਣੇ ਡੈਡੀ ਕੋਲ ਰਹਿਣਾ ਆ, but hang on, ਉਹ ਮੈਨੂੰ ਸੋਸ਼ਲ ਵਰਕਰਸ ਕਹਿੰਦੇ ਜੇ ਤੂੰ ਰਹੋਗੀ ਤੂੰ ਜਾਣ ਫੜ ਕੇ ਤੂੰ ਜਾਣ ਕੇ ਇੱਥੇ ਰਹਿੰਦੀ ਆ, ਤੂੰ ਡਿਸੀਜਨ ਲੈਂਦੀ ਨਹੀਂ ਹੈਗੀ, ਹੁਣ ਮੈਂ ਕੀ ਕਰਾਂ, ਮੈਂ ਬੱਚੇ ਤਾਂ ਨਹੀਂ ਛੱਡ ਕੇ ਜਾ ਸਕਦੀ, ਪ੍ਰੈਸ਼ਰ ਬਹੁਤ ਜ਼ਿਆਦਾ ਪੈ ਜਾਂਦੇ ਆ, okay? But ਪਹਿਲੀ ਚੀਜ਼ ਦੇਖਣੀ ਚਾਹੀਦੀ ਹੈ that
ਜਿਹੜੀ ਅਸਰ ਨਿਆਣੇ ਤੇ ਪੈਂਦੀ ਆ ਇਹ ਕਿੰਨੀ ਸੀਰੀਅਸ ਆ ਜੇ ਤੁਸੀਂ ਸੋਚੇ ਮੇਰੇ ਕੋਟ ਕਟਾਪਾ ਪੈਂਦਾ ਠੀਕ ਹੈ ਮੈਂ ਸਹਿ ਸਕਦੀ ਹਾਂ ਪਰ ਰਾਤੀ ਮੇਰੇ ਬੱਚੇ ਦੇ ਲੱਗੀ ਸੀ ਐਕਚੁਅਲੀ ਮੈਂ ਹੁਣ ਬੱਚੇ ਦੀ ਲੁੱਕ ਆਫਟਰ ਕਰਨੀ ਟੂ ਸੇਫਗਾਰਡ ਯੋਰ ਚਾਈਲਡ ਉਹ ਰਿਸਪੌਂਸਿਬਿਲਿਟੀ ਤੁਹਾਡੀ ਹੈ ਬਿਕਾਜ਼ ਉਹ ਬੱਚਾ ਤੁਹਾਡੇ ਤੇ ਦੇਖਦਾ ਮੰਮੀ ਜੇ ਡੈਡੀ ਮੈਨੂੰ ਸੇਫ ਰੱਖੋਗੇ so then you have to make a decision do I stay or do I leave and if I leave that's when they come to us ਪੁੱਛਣ that ਇਹ ਮੇਰੀ ਸਿਚੁਏਸ਼ਨ ਇਦਾਂ ਦੀ ਆ ਮੈਂ ਹੁਣ ਜੇ ਮੈਂ ਜਾਵਾਂ ਮੈਂ ਕਿੱਥੇ ਜਾਵਾਂ ਮੈਂ ਕਿੱਦਾਂ ਜਾਵਾਂ ਇਹ ਮੇਰੀ ਫਾਈਨੈਂਸ਼ੀਅਲ ਪ੍ਰੋਬਲਮਸ ਆ ਮੇਰੀ ਹਾਊਸਿੰਗ ਪ੍ਰੋਬਲਮਸ ਆ ਫਿਰ ਉਹ ਤਾਂ ਹੀ ਸਾਡੇ ਕੋਲ ਆਉਂਦੇ ਇਹ ਇਦਾਂ ਦੀ ਐਡਵਾਈਸ ਲੈਣ ਅਸੀਂ ਕੀ ਕਰੀਏ ਜਿਹੜਾ ਅਬਿਊਜ਼ਰ ਆ ਹਾਂਜੀ ਜਿਹੜਾ ਸਾਰਾ ਕੁਝ ਕਰ ਰਿਹਾ ਹੈ ਹਾਂਜੀ ਕੀ ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਜੇ ਉਹਨੇ ਕੋਈ ਇਹੋ ਜਿਹੀ ਕਿਉਂਕਿ ਟੈਕਨੀਕਲੀ ਇਟਸ ਅ ਕ੍ਰਾਈਮ ਰਾਈਟ ਉਹਨੂੰ ਸਿੱਧਾ ਪੁਲਿਸ ਫੜ ਕੇ ਮਤਲਬ ਆਬਵੀਅਸਲੀ ਸਿਰਫ ਅੰਦਰ ਕਰਦੀ ਹੈ ਕੇਸ ਆ ਜਾਂ ਉਹਨੂੰ ਵੀ ਕੋਈ ਹੈਲਪ ਮਦਦ ਦਿੱਤੀ ਜਾਂਦੀ ਹੈ there is help okay so with a arrest ਭਾਵੇਂ ਤੁਸੀਂ ਹੋ ਸਕਦੇ ਆ okay a lot of the times victims ਕਈ ਵਾਰੀ ਕੋਰਟ ਨਹੀਂ ਜਾਂਦੀਆਂ ਉਹ ਫਿਰ ਕਹਿੰਦੇ ਨਹੀਂ ਅਸੀਂ ਆਪਣਾ ਬਿਆਨ ਮੋੜ ਕੇ ਲੈਣਾ ਆ ਡਰ ਪੈ ਜਾਂਦਾ ਫੈਮਿਲੀ ਪ੍ਰੈਸ਼ਰਸ ਪੈ ਜਾਂਦੀ ਆ ਜੇ ਅਫੈਂਡਰ ਕਹਿੰਦਾ ਐਕਚੁਅਲੀ ਨਹੀਂ ਮੈਂ ਗਲਤੀ ਕੀਤੀ ਸੀ ਤਾਂ ਮੈਂ ਆਪਣੀ ਗਲਤੀ ਮੰਨਦਾ ਆ ਮੈਂ ਆਪਣੀ ਗਲਤੀ ਮੰਨਦੀ ਆ ਨਾ ਮੈਂ ਚੇਂਜ ਹੋਣਾ ਚਾਹੀਦਾ ਯੂ نو ਆਈ ਵਾਂਟ ਟੂ ਚੇਂਜ ਦੈਟਸ ਰਾਈਟ ਮਦਦ ਹੈਗੀ ਆ ਹੁਣ ਏਜੰਸੀਜ਼ ਹੈਗੀਆਂ ਆ ਜਿੱਥੇ ਉਹ ਪਰਪੇਟਰੇਟਰ ਦੇ ਨਾਲ ਸੈਲਫ ਕੰਮ ਕਰਦੇ ਆ ਓਕੇ ਸੋ ਵਿਕਟਿਮ ਸਪੋਰਟ ਮਿਲਦੀ ਆ ਰਾਈਟ ਜੋ ਕਹਿੰਦੇ ਅਸੀਂ ਇਕੱਠਿਆਂ ਨੇ ਰਹਿਣਾ ਚਾਹੁੰਦੇ ਆ ਫੈਮਿਲੀ ਵਿਕਟਿਮ ਨੂੰ ਸਪੋਰਟ ਮਿਲਦੀ ਆ ਫਰਮ ਅ ਵਿਕਟਿਮ ਸਪੋਰਟ ਸਰਵਿਸ ਬੱਚੇ ਨੂੰ ਸਪੋਰਟ ਮਿਲਦੀ ਆ that doesn't have to be children's services ਹੁਣ ਜਿੱਥੇ ਸਾਡੀ black country women's area ਸਾਡੇ ਕੋਲ ਉੱਥੇ children's services ਹੈਗੀਆਂ ਆ social workers ਨਹੀਂ people that are trained to work with children fantastic okay so they support children they do workshops groups they talk about healthy relationships what is the impact of a healthy relationship what does a negative relationship they do all of that then the perpetrator gets support ਜਿਹੜਾ abuser ਹੈ ਉਹਨੂੰ ਹੀ support ਮਿਲਦੀ ਆ ਜੋ ਮੰਨਦਾ ਆ that ਮੈਨੂੰ support ਚਾਹੀਦੀ ਆ okay so they get support from a different agency different areas ਹੁਣ ਐਸੀ black country ਚ ਤਾਂ ਹੀ ਸਾਡੀ ਐਸੀ black country women's area ਪਰ Birmingham ਜਾਓ Birmingham women's area Wolverhampton ਜਾਓ ਉੱਥੇ ਹੋਰ women's area there's different there are different so depending on the area you live in support ਹੁੰਦੀ ਆ but ਤੁਹਾਨੂੰ support ਮੰਗਣੀ ਪੈਂਦੀ ਆ it's different victim ਨੂੰ support ਮਿਲ ਜਾਂਦੀ straight away perpetrator ਨੂੰ admit ਕਰਨਾ ਪੈਂਦਾ support ਮੰਗਣੀ ਪੈਂਦੀ ਹੈ but there is definitely support ਪਰ ਜੇ ਕੋਈ ਆਪਣੇ ਆਪ ਨੂੰ ਸੁਧਾਰਨਾ ਚਾਹਵੇ so all the support is around that it's working around your behavior looking at why you behave that way ਸ਼ਾਇਦ ਤੁਹਾਡੇ ਚਾਈਲਡਹੁੱਡ ਚ ਕੁਛ ਹੋਇਆ ਸੀਗਾ ਤਾਂ ਹੀ ਤੁਸੀਂ ਇਦਾਂ ਕਰਦੇ ਸ਼ਾਇਦ ਤੁਸੀਂ ਇਹੀ ਦੇਖਿਆ ਸੀ ਆਪਣੇ ਘਰ ਚ we have to remember ਜਿਹੜਾ ਕੁਛ ਨਿਆਣਾ ਦੇਖਦਾ ਹੈ ਕਈ ਵਾਰੀ ਨਿਆਣੇ ਉਹੀ ਚੀਜ਼ ਜਾ ਕੇ ਕਰਦੇ because ਉਹਨਾਂ ਨੂੰ ਪਤਾ ਨਹੀਂ that ਇਹ ਸਹੀ ਨਹੀਂ ਇਹਨਾਂ ਨੂੰ ਇਦਾਂ ਲੱਗਦਾ ਸਾਡੇ 25 ਸਾਲ ਇਦਾਂ ਆਪਣੇ ਘਰ ਚ ਕੱਟ ਹੋ ਗਏ ਸੀ ਮੰਮੀ ਡੈਡੀ ਦੀ ਲੜਾਈ ਹੁੰਦੀ ਸੀ ਮੰਮੀ ਚੁੱਪ ਕਰਕੇ ਬੈਠੀ ਰਹਿੰਦੀ ਸੀ ਡੈਡੀ ਇਦਾਂ ਹੁਣ ਐਸੀ ਵੀ ਵਿਆਹ ਕਰਕੇ that's a normal relationship ਫਿਰ ਪੈਟਰਨ ਬਣ ਜਾਂਦਾ like we spoke the last time as well ਇੱਕ ਲਾਸਟ ਉੱਤੇ ਇੱਕ ਜਿਹੜੀ ਚੀਜ਼ ਆ very important and I think ਇਹਦੇ ਤੇ ਇਸ ਕਰਕੇ ਵੀ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਕਿਉਂਕਿ ਇਹਨਾਂ ਚੀਜ਼ਾਂ ਦੇ ਲੌਂਗ ਰਨ ਦੇ ਵਿੱਚ ਜਿਹੜਾ ਆ ਇਟਸ ਅ ਵੈਰੀ ਐਕਚੁਅਲੀ ਬੈਡ ਇਫੈਕਟ ਜੇ ਆਪਾਂ ਸੋਚ ਕੇ ਦੇਖੀਏ ਬੱਚਿਆਂ ਦੇ ਖਾਸ ਕਰਕੇ ਨਾ ਲੌਂਗ ਰਨ ਦੇ ਵਿੱਚ ਬਹੁਤ ਬੁਰਾ ਅਸਰ ਪੈਂਦਾ ਹੈ ਰਾਜ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਨਾ ਰੋਕਿਆ ਜਾਂ ਇਹਨਾਂ ਚੀਜ਼ਾਂ ਦੇ ਖਿਲਾਫ ਨਾ ਬੋਲੇ ਰਾਈਟ ਇਹ ਬੜਾ ਸੌਖਾ ਆ ਇੱਥੇ ਮਤਲਬ ਕਹਿਣਾ ਵੀ ਜਿਵੇਂ ਬਲੈਕ ਕੰਟਰੀ ਵਿਮਨਸ ਏਡ ਆ ਇਹੋ ਜਿਹੀਆਂ ਸੰਸਥਾਵਾਂ ਕਈ ਵਾਰੀ ਆਪਾਂ ਕਹਿ ਦਿੰਦੇ ਆ ਇਹ ਤਾਂ ਘਰਾਂ 'ਚ ਹੋਰ ਪੁਆੜੇ ਪਾਉਣ ਲੱਗੇ ਆ ਲੋਕਾਂ ਨੂੰ ਭੜਕਾਉਣ ਲੱਗੇ ਆ ਜਦੋਂ ਕਿ we are raising the awareness we are educating people which is very important ਔਰ ਇਹਦੇ 'ਚ ਕੋਈ ਇਦਾਂ ਨਹੀਂ ਹੈਗਾ ਵੀ ਸਿਰਫ ਇੱਕ ਡੋਮੈਸਟਿਕ ਵਾਇਲੈਂਸ ਜਾਂ ਅਬਿਊਜ਼ ਦਾ ਸ਼ਿਕਾਰ ਇੱਕ ਲੜਕੀ ਆ ਲੜਕਾ ਵੀ ਹੋ ਸਕਦਾ ਬਜ਼ੁਰਗ ਵੀ ਹੋ ਸਕਦਾ ਬੱਚਾ ਵੀ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਪਰ ਜੇ ਬੱਚਿਆਂ ਦੀ ਗੱਲ ਕਰੀਏ ਲੌਂਗ ਟਰਮ ਦੇ ਵਿੱਚ ਜੇ ਇਸ ਚੀਜ਼ ਨੂੰ ਘਰ 'ਚ ਨਾ ਰੋਕਿਆ ਨਾ ਕੋਈ ਬੋਲਿਆ ਤੇ ਨਾ ਚੇਂਜ ਲਿਆਂਦੀ ਗਈ ਕਿਹੜੇ ਐਸੀਆਂ ਚੀਜ਼ਾਂ ਨੇ ਜਿਹੜੀਆਂ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਤੁਹਾਨੂੰ ਲੱਗਦਾ ਕਿ ਇਫੈਕਟ ਕਰਦੀਆਂ ਨੇ ਪਹਿਲਾਂ ਉਹਨੇ ਡਿਵੈਲਪਮੈਂਟ ਤੇ ਇਫੈਕਟ ਹੁੰਦਾ ਓਕੇ ਸੋ ਦੇ ਡੇ ਟੂ ਡੇ ਆਪਣੇ ਲਈ ਕੁਛ ਕਰਨਾ ਪੜ੍ਹਾਈ ਕਰਨੀ ਅੰਡਰਸਟੈਂਡਿੰਗ ਹੋਣੀ ਇਟ ਕੈਨ ਰੀਲੀ ਅਫੈਕਟ ਸੋ ਕਈ ਨਿਆਣੇ ਉਹ ਡਿਵੈਲਪ ਨਹੀਂ ਹੁੰਦੇ normal pace ਤੇ ਜਿੱਦਾਂ ਥੋੜੇ ਪਿੱਛੇ ਰਹਿ ਜਾਂਦੇ ਆ okay so that's affected their whole life is that academically or also in the social circle it could be both it could be both academically you may notice socially ਉਹ ਕਹਿ ਦਿੰਦੇ ਉਹ ਭੋਲਾ ਆ ਭੋਲੀ ਆ ਕਿਸੇ ਨਾਲ ਮਿਕਸ ਨਹੀਂ ਹੁੰਦਾ but there might be a reason why okay they might feel that actually ਜੇ ਮੈਂ ਬਾਦੂ ਕਿਸੇ ਨਾਲ ਗੱਲ ਕਰ ਲਈ ਜੇ
ਆਵਾਜ਼ ਕਿਸੇ ਦੀ ਉੱਚੀ ਆ ਜ਼ਿਆਦਾ there's just a fear, right, so they tend to just become loners almost, ਜਿੱਦਾਂ ਕੱਲੇ ਕੱਲੇ ਲਾਇਕ ਕਰਦੇ ਰਹਿਣ ਨੂੰ, ਕਿਸੇ ਤੇ ਯਕੀਨ ਨਹੀਂ ਕਰਦੇ। ਇੱਕ ਇਹ ਆ, so children stop trusting, okay, they stop trusting adults, ਉਹ ਇਦਾਂ ਹੀ ਸੋਚੇ ਜਿਹੜਾ ਵੀ ਮੈਨੂੰ ਪੁੱਛਦਾ ਕਿਸੇ ਨੇ ਮੇਰੇ ਲਈ ਕੁਛ ਨਹੀਂ ਕਰਨਾ, ਸਾਰੇ ਗਲਤ ਆ, okay, but those children ਕਈ ਵਾਰੀ scenarios ਹੁੰਦੀ ਹੈ ਜਦੋਂ ਉਹ ਕਈ ਪੜ੍ਹ ਵੀ ਲੈਂਦੇ ਆ, ਪਰ ਪੜ੍ਹਦੇ when they get to the out of the house, right, ਉਹ ਹੋਰ decisions ਲੈ ਲੈਂਦੇ ਆ, because ਹੁਣ ਉਹ ਸੋਚਦੇ ਹੁਣ ਅਸੀਂ ਘਰੋਂ ਨਿਕਲੇ, they don't know what is right and wrong, ਉਹ ਆਪ ਹੀ victims ਬਣ ਜਾਂਦੇ ਆ। We have young girls coming to our organisation, 16, 17, 18, ਜਿੱਥੇ ਉਹ ਆਪ ਹੀ ਹੁਣ victims ਆ, because ਉਹਨਾਂ ਨੂੰ ਪਤਾ ਨਹੀਂ healthy relationship ਕੀ ਹੁੰਦੀ ਆ। ਉਹ ਕਹਿ ਦਿੰਦੇ ਆ they've never experienced, so they've got in a relationship that my partner hit me once or twice. You're 16 and you're telling us your partner hit you once or twice, but they think that's normal because ਸ਼ਾਇਦ ਉਹਨੇ ਨੇ ਦੇਖਿਆ ਸੀ ਸਾਡੇ ਘਰ 'ਚ ਮੰਮੀ ਡੈਡੀ ਨਾਲ ਏਦਾਂ ਹੁੰਦਾ ਸੀ, ਇਹ ਤਾਂ normal ਬਣ ਗਿਆ। So a child then can be exposed to more vulnerabilities. They can be more exposed to more dangerous situations, okay? Like we talked about last week, it could be that they start self-harming because ਉਹ ਆਪਣੇ ਤੇ ਜਿਹੜਾ guilt feeling या जे sadness ਉਹ ਕਰਨਾ ਚਾਹੁੰਦੇ ਉਹ ਆਪਣੇ ਆਪ ਨੂੰ harm ਕਰਨ ਲੱਗ ਪੈਂਦੇ ਆ। So the long-term effect can be really detrimental and it can change for every child is different। ਇੱਕ ਇਦਾਂ ਨਹੀਂ ਸਾਰੇ ਬੱਚੇ same ਅਸਰ ਪੈਂਦਾ, different ਅਸਰ ਪੈਂਦਾ, different steps ਬੱਚੇ ਲੈ ਲੈਂਦੇ ਆ to deal with what they have to deal with। So for a child to have support, ਉਹਨੂੰ ਪਤਾ ਹੋਣਾ ਚਾਹੀਦਾ that ਅਸੀਂ ਬਾਹਰ ਜਾ ਕੇ ਅਸੀਂ ਆਪਣੇ ਟੀਚਰ ਨੂੰ ਦੱਸ ਸਕਦੇ ਹਾਂ that I feel sad। ਇਦਾਂ ਨਹੀਂ, ਇਹਦਾ ਮਤਲਬ ਨਹੀਂ straight away ਮੈਨੂੰ ਆਪਣੇ ਪੇਰੈਂਟਸ ਤੋਂ ਨਹੀਂ ਲੈ ਜਾਣਾ। It could be that ਮੈਨੂੰ counselling ਦੀ ਲੋੜ ਆ, I just need somebody to talk to, ਦੱਸਣ that I feel like this। ਮੈਂ ਸਿਰਫ ਦੱਸਣਾ ਚਾਹੁੰਦਾ, ਖੋਲ ਕੇ ਗੱਲ ਕਰਨਾ ਚਾਹੁੰਦਾ ਨਿਆਣਾ, that's it। that's the thing। When you give them the opportunity to do that, ਫਿਰ ਉਹ ਖੋਲ ਕੇ ਗੱਲ ਕਰਕੇ they're dealing with it, they can then start moving on। Yep। They're not holding on to that pain। So that is it's very important। It is, because it can affect them to their adulthood। So ਕਿਹੜੇ perpetrators ਆ, ਕਈ perpetrators ਤਾਂ ਹੀ ਆ because ਉਹਨੇ ਨੇ ਇਦਾਂ ਦੇਖਿਆ ਸੀ ਡੈਡੀ ਦਾ ਕਰਦਾ, ਮੰਮੀ ਚੁੱਪ ਹੋ ਜਾਂਦੀ ਸੀ, ਹੁਣ ਮੈਂ ਰਿਲੇਸ਼ਨਸ਼ਿਪ ਦੇ ਵਿੱਚ ਆ, ਹੁਣ ਮੇਰੀ ਵਾਈਫ ਮੇਰੀ ਗਰਲਫ੍ਰੈਂਡ ਮੇਰੀ ਨਹੀਂ ਗੱਲ ਸੁਣਦੀ, ਮੈਂ ਵੀ ਹੁਣ ਇਦਾਂ ਕਰੂਗਾ। So it's a circle, ਉਹ ਜਿਹੜੀ chain ਆ ਸਾਨੂੰ ਉਹਨੂੰ ਤੋੜਨਾ ਪੈਣਾ ਹੈ। We need to break those shackles, definitely। Raj, thank you very much once again, really appreciate it because ਇਹ ਵਾਕਈ ਜਿੰਨਾ ਆਪਾਂ ਮੇਰੇ ਖਿਆਲ ਇਹਦੇ ਬਾਰੇ ਆਪਾਂ ਜਾਣਦੇ ਹਾਂ, ਗੱਲ ਕਰਦੇ ਹਾਂ ਆਪਾਂ ਡੋਮੈਸਟਿਕ ਅਬਿਊਜ਼ ਬਾਰੇ, I mean there is so much really depth। I mean ਆ ਜਿਹੜੀਆਂ ਚੀਜ਼ਾਂ ਨੇ ਅਸੀਂ ਕਦੇ ਆਮ ਤੌਰ ਤੇ ਸੋਚਦੇ ਵੀ ਨਹੀਂ ਇਹਨਾਂ ਚੀਜ਼ਾਂ ਬਾਰੇ, you know, and ਉਹ ਵਾਕਈ ਜਿਹੜੀ ਆ ਚੇਂਜ ਆ, ਮਤਲਬ ਸਭ ਤੋਂ ਵੱਡੀ ਜਿਹੜੀ ਪੋਜ਼ਿਟਿਵ ਸਾਨੂੰ ਇਹ ਸੋਚਣਾ ਚਾਹੀਦਾ, ਆਈ ਥਿੰਕ ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਆ ਕਿ ਹੈਲਪ ਇਜ਼ ਅਵੇਲੇਬਲ। Wherever you live, whichever area, you can put it in Google, support services for victims, and it comes up. So whichever area you live in, there'll always be a support service, always। Thank you very much once again for today. Looking forward to the next episode and learning a lot more. Thank you so much for having me। Thank you so much। Thank you। So, you know, once again, what a fantastic, matlab, ਜਿਹਨੂੰ ਆਪਾਂ ਕਹੀਏ ਨਾ, very informative show। ਕਿ ਇਹਦੇ ਵਿੱਚ ਜੇ ਆਪਾਂ ਦੇਖੀਏ ਤੇ ਜਿਹੜੀਆਂ ਚੀਜ਼ਾਂ ਨੇ ਸਾਡੇ ਆਲੇ ਦੁਆਲੇ ਹੋ ਰਹੀਆਂ ਹੁੰਦੀਆਂ ਨੇ, ਜਾਂ ਉਹਦੇ ਚੋਂ ਅਸੀਂ ਕਿਸੇ ਐਸੇ ਇਨਸਾਨ ਨੂੰ ਜਾਣਦੇ ਹਾਂ ਜਿਹੜਾ ਲੰਘ ਰਿਹਾ ਜਾਂ ਸਾਡੇ ਆਪਣੇ ਪਰਿਵਾਰਾਂ ਦੇ ਵਿੱਚ, ਸੋ ਉਹ ਚੇਂਜ ਲਿਆਉਣ ਦੇ ਵਾਸਤੇ ਚੇਂਜ ਆਪਣੇ ਆਪ ਤੋਂ ਹੀ ਸ਼ੁਰੂ ਕਰਨੀ ਪੈਣੀ ਹੈ, ਕਿਤੇ ਉਹ ਬਾਹਰੋਂ ਨਹੀਂ ਆਉਣੀ। ਯੂ ਨੋ ਤੁਸੀਂ ਜਿੰਨਾ ਮਰਜ਼ੀ ਇਨਵੈਸਟ ਕਰ ਲਓ, ਕੱਲੇ ਮਤਲਬ ਉਹ ਟੀਵੀ ਦੇ ਪ੍ਰੋਗਰਾਮ ਜਿਹੜੇ ਆ ਉਹ ਚੇਂਜਸ ਉੱਤੇ ਦੇਖਣ ਨਾਲ ਚੇਂਜ ਨਹੀਂ ਆਉਣੀ, ਕੱਲੀਆਂ ਬੁੱਕਸ ਪੜ੍ਹਨ ਨਾਲ ਚੇਂਜ ਨਹੀਂ ਆਉਣੀ, ਉਹ ਤਾਂ ਹੀ ਚੇਂਜ ਆਉਣੀ ਹੈ ਜੇ ਅਸੀਂ ਆਪਣੇ ਆਪ ਦੇ। ਪਰ ਸਭ ਤੋਂ ਪਹਿਲੋਂ ਜਿਹੜੀ ਚੀਜ਼ ਆ ਨਾ, ਜਿਹੜੀ ਜਿਵੇਂ ਰਾਜ ਨੇ ਬੜੀ ਵਧੀਆ ਗੱਲ ਕੀਤੀ ਕਿ ਐਡਮਿਟ ਕਰਨਾ ਪੈਣਾ, ਯੂ ਨੋ, ਉਹ ਡੈਫੀਨੇਟਲੀ, ਯੂ ਨੋ, ਕਿਉਂਕਿ ਜੇ ਇਹ ਐਡਮਿਟ ਹੀ ਨਹੀਂ ਇਨਸਾਨ ਕਰਦਾ ਵੀ ਮੈਨੂੰ ਡਰੱਗ ਦੀ ਪ੍ਰੋਬਲਮ ਹੈਗੀ ਆ, ਜਿਹੜਾ ਡਰੱਗ ਲੈਂਦਾ ਹੋਵੇ ਉਹ ਕਦੇ ਨਹੀਂ ਕਹਿੰਦਾ ਹੁੰਦਾ ਮੈਨੂੰ ਕੋਈ ਵੀ ਪ੍ਰੋਬਲਮ ਆ, ਉਹ ਕਦੇ ਨਹੀਂ ਮੰਨੂਗਾ। ਜਿਹੜਾ ਡੇਲੀ ਸ਼ਰਾਬ ਪੀਂਦਾ ਉਹਨੂੰ ਕਦੇ ਪੁੱਛ ਕੇ ਦੇਖ ਲਿਓ, ਕਦੇ ਮੰਨੂਗਾ ਨਹੀਂ ਕਿ ਉਹ ਐਲਕੋਹਲਿਕ ਆ ਟੈਕਨੀਕਲੀ, ਜਿਹਨੂੰ ਉਸ ਤੋਂ ਬਿਨਾਂ, ਜਿਹਨੂੰ ਪੀਤੇ ਤੋਂ ਬਿਨਾਂ ਨੀਂਦ ਨਹੀਂ ਆਉਂਦੀ। ਸੋ ਟੈਕਨੀਕਲੀ ਇਹ ਸੋਚਣ ਵਾਲੀਆਂ ਗੱਲਾਂ ਨੇ ਜੀ। ਇਹਦੇ ਵਿੱਚ ਵਾਕਈ ਆਪਣੇ ਬੱਚਿਆਂ ਦਾ ਖਿਆਲ ਰੱਖੋ, ਕਿਉਂਕਿ ਬੱਚੇ ਆਉਣ ਵਾਲਾ ਭਵਿੱਖ ਨੇ, ਫਿਊਚਰ ਨੇ ਕਿਸੇ ਵੀ ਕਮਿਊਨਿਟੀ ਵਾਸਤੇ, ਕਿਸੇ ਵੀ ਸਮਾਜ ਵਾਸਤੇ, ਕਿਸੇ ਵੀ ਦੇਸ਼ ਦੇ ਵਾਸਤੇ। ਇਮੈਜਿਨ ਕਰਿਓ, ਹਮੇਸ਼ਾ ਇੰਨਾ ਸੋਚਿਓ, ਮੈਂ ਹਮੇਸ਼ਾ ਸੋਚਦਾ ਹੁੰਦਾ ਕਿ ਜਿਹੜੇ ਤੁਹਾਡੇ ਘਰਾਂ 'ਚ ਬੱਚੇ ਨੇ ਨਾ, ਤੁਹਾਡੇ ਆਲੇ ਦੁਆਲੇ ਨੇ, ਜਾਂ ਤੁਹਾਡੇ ਨੇ, ਜਾਂ ਤੁਹਾਡੇ ਮਤਲਬ ਆਪਣੇ ਕਜ਼ਨਸ ਦੇ ਨੇ, ਜਾਂ ਜਿਵੇਂ ਵੀ ਆ, ਇਹ ਸੋਚ ਰੱਖ ਕੇ ਚੱਲਿਓ ਕਿ ਉਹਨਾਂ ਬੱਚਿਆਂ 'ਚੋਂ ਹੀ ਵਰਲਡ ਵਾਈਡ ਵੱਡੇ ਕੱਲ੍ਹ ਨੂੰ ਸਾਇੰਟਿਸਟ ਬਣਨੇ ਆ,
ਡਾਕਟਰ ਬਣਨੇ ਆ, ਪੋਲੀਟੀਸ਼ੀਅਨ ਬਣਨੇ ਆ, ਕੋਈ ਪ੍ਰਾਈਮ ਮਿਨਿਸਟਰ ਵੀ ਬਣ ਸਕਦਾ, ਕੋਈ ਪ੍ਰੈਜ਼ੀਡੈਂਟ ਬਣ ਸਕਦਾ, ਕੋਈ ਕਿਸੇ ਕੰਟਰੀ ਦੀ ਡਿਫੈਂਸ ਰਨ ਕਰੂਗਾ, ਹੋ ਸਕਦਾ ਕਿਸੇ ਮਤਲਬ ਕਿ ਉਹਨਾਂ ਦੇ ਵਿੱਚੋਂ ਇੱਕ ਬੇਟੀ ਨੇ ਅੱਗੇ ਜਾ ਕੇ ਪਤਾ ਨਹੀਂ ਦੁਨੀਆ ਕਿੱਦਾਂ ਚੇਂਜ ਕਰ ਦੇਣੀ ਹੈ। ਆਈ ਡੈਫੀਨਿਟਲੀ ਸਲੂਟ women like Raj Thind, because these are the women who are actually changing, they're bringing that change. ਸੋ ਇਹ ਵਾਕਿਆ ਇੱਕ ਬੜੀ ਮੈਨੂੰ ਲੱਗਦਾ ਇੱਕ ਬੜੀ ਮਾਣ ਵਾਲੀ ਗੱਲ ਹੈ, ਇੱਕ ਬੜੀ ਪ੍ਰਾਊਡ ਵਾਲੀ ਗੱਲ ਆ ਇਹਨਾਂ ਦੀ ਫੈਮਿਲੀ ਦੇ ਵਾਸਤੇ ਵੀ ਔਰ ਸਾਡੀ ਆਪਣੀ ਕਮਿਊਨਿਟੀ ਔਰ ਸਾਡੇ ਵਾਸਤੇ ਵੀ, that girls actually coming forward, they're talking about it, they are bringing those changes, they're being part of that change. ਸੋ ਇਹ ਚੀਜ਼ ਬਹੁਤ ਜ਼ਰੂਰੀ ਆ। ਇਸ ਕਰਕੇ ਬੱਚਿਆਂ ਨੂੰ ਮੈਂ ਇੱਕ ਲਾਸਟ ਇੱਕ ਐਗਜ਼ਾਮਪਲ ਦਊਂਗਾ ਬੜੀ ਸਿੰਪਲ। ਘਰਾਂ ਦੇ ਵਿੱਚ ਅਸੀਂ ਨਾ ਪਲਾਂਟ ਲਾਏ ਹੁੰਦੇ ਆ, ਅਸੀਂ ਆਪਣੇ ਫੁੱਲ ਤੁਸੀਂ ਘਰਾਂ 'ਚ ਲਾਉਂਦੇ ਹੋ ਗਾਰਡਨ ਦੇ ਵਿੱਚ। ਤੁਸੀਂ ਜਦੋਂ ਫੁੱਲ ਜਦੋਂ ਲਾਉਂਦੇ ਹੋ, ਜਦੋਂ ਉਹ ਛੋਟਾ ਜਿਹਾ ਜਿਹੜਾ ਉਹਦਾ ਨਾ ਇੱਕ ਜਦੋਂ ਉਹ ਨਿਕਲਦਾ ਆ ਉਹਦੇ 'ਚੋਂ ਪੌਦਾ ਬਣਦਾ ਆ ਪਲਾਂਟ ਛੋਟਾ ਜਿਹਾ, ਅਸੀਂ ਉਸ ਪਲਾਂਟ ਨੂੰ ਬੜੇ ਧਿਆਨ ਨਾਲ ਪੜ੍ਹਦੇ ਹਾਂ ਵੀ ਇਹਨੂੰ ਕਿੰਨਾ ਕੁ ਪਾਣੀ ਦਈਏ, ਕਿਸ ਟਾਈਮ ਤੇ ਰੱਖੀਏ, ਉਹਨੂੰ ਅਸੀਂ ਕਿੱਦਾਂ, ਜੇ ਕਿਸੇ ਨੇ ਕੋਈ ਫਰਟੀਲਾਈਜ਼ਰ ਵੀ ਪਾਉਣਾ ਆ ਕਿਵੇਂ ਕਰੀਏ, ਕਿਹੋ ਜੀ ਉਹ ਸਾਰੀ ਹੋਣੀ ਚਾਹੀਦੀ ਹੈ ਮਿੱਟੀ। ਤੇ ਅਸੀਂ ਇਹ ਵੀ ਕਰਦੇ, ਕਦੇ ਕੋਈ ਦੇਖਿਆ ਵੀ ਉਸ ਪਲਾਂਟ ਦੇ ਉੱਤੇ ਤੁਸੀਂ ਕਦੇ ਕੋਕ ਜਾਂ ਪੈਪਸੀ ਜਾਂ ਕੁਝ ਪਾਇਆ? ਕਦੇ ਨਹੀਂ ਪਾਇਆ ਨਾ, ਕਿਉਂਕਿ ਉਦੋਂ ਦਿਮਾਗ ਸਾਡਾ ਕੰਮ ਕਰਦਾ, ਕਿਉਂਕਿ ਸਾਨੂੰ ਪਤਾ ਹੈ ਕਿ ਉਸ ਪਲਾਂਟ ਨੇ ਖਰਾਬ ਹੋ ਜਾਣਾ ਉਹਦੇ ਨਾਲ। ਇਮੈਜਿਨ ਦੈਟ। ਸੋ ਐਗਜ਼ੈਕਟਲੀ ਸੇਮ ਥਿੰਗ ਵਿਦ ਦ ਚਿਲਡਰਨ। ਫਿਰ ਅਸੀਂ ਇਹ ਕਿੱਦਾਂ ਕਰ ਸਕਦੇ ਹਾਂ ਵੀ ਉਸ ਬੱਚੇ ਦੇ ਉਹ ਜਿਹੜਾ ਪੌਦਾ ਆ ਜਿਹਨੇ ਵੱਡਾ ਦਰਖਤ ਬਣਨਾ ਆ, ਉਹਨੇ ਗਰੋ ਹੋਣਾ ਆ, ਅਸੀਂ ਉਹਦੇ ਆਲੇ ਦੁਆਲੇ ਪਹਿਲਾਂ ਹੀ ਉਹਦੀਆਂ ਜਿਹੜੀਆਂ ਜੜ੍ਹਾਂ ਆ ਅਸੀਂ ਉਹਦਾ ਨੁਕਸਾਨ ਕਰ ਰਹੇ ਹਾਂ। ਇਟਸ ਅ ਵੈਰੀ ਡੀਪ ਥਿੰਕ। ਇਹ ਸੋਚਣ ਵਾਲੀ ਚੀਜ਼ ਆ ਇੱਕ। ਸੋ ਇਸ ਕਰਕੇ ਪਲੀਜ਼ ਆਪਣੇ ਆਲੇ ਦੁਆਲੇ ਦਾ ਜ਼ਰੂਰ ਖਿਆਲ ਰੱਖੋ, ਖਾਸ ਤੌਰ 'ਤੇ ਬੱਚਿਆਂ ਦਾ। ਇਹ ਸਾਡਾ ਫਿਊਚਰ ਨੇ, ਸਾਡਾ ਭਵਿੱਖ ਨੇ, ਆਉਣ ਵਾਲੇ ਮੁਲਕਾਂ ਦੇ, ਦੇਸ਼ਾਂ ਦੇ ਔਰ ਦੁਨੀਆ ਨੂੰ ਚੇਂਜ ਕਰਨ ਦੀ ਤਾਕਤ ਰੱਖਦੇ ਨੇ ਇਹ ਬੱਚੇ ਜਿਹੜੇ ਨੇ। ਸੋ ਇਸੇ ਸੋਚ ਦੇ ਨਾਲ ਮਿਲਦੇ ਹਾਂ ਅਗਲੀ ਵਾਰ। ਆਪੋ ਆਪਣਾ ਜ਼ਰੂਰ ਰੱਖਿਓ ਖਿਆਲ, ਆਪਣੇ ਬੱਚਿਆਂ ਦਾ, ਬਜ਼ੁਰਗਾਂ ਦਾ ਖਾਸ ਕਰਕੇ ਰੱਖਿਓ ਖਿਆਲ ਜੀ। ਤੇ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।